जे नशा रोकण वालियां गोलियां ये नहीं नशा रोक सकियां ਤਾਂ ਅਫੀਮ ਦੀ ਖੇਤੀ ਕੀ ਵਾਕਈ ਜਿਹੜੀ ਆ ਬਦਲ ਹੈ ਕਿ ਇਸ ਨਾਲ ਨਸ਼ਾ ਰੁਕ ਜਾਊਗਾ। ਤੁਸੀਂ ਦੱਸੋ ਵੀ ਕਿਹੜੇ ਅਫੀਮ ਐਡਿਕਟਸ ਨੇ ਜਿਹੜੇ ਮਤਲਬ ਆਪਣਾ ਨਸ਼ਾ ਜਿਹੜਾ ਸੌਖੇ ਤਰੀਕੇ ਨਾਲ ਛੱਡ ਜਾਂਦੇ ਨੇ। ਜਿਹੜੇ ਅਫੀਮ ਤੇ ਲੱਗੇ ਹੁੰਦੇ ਸੀ ਉਹਨਾਂ ਦੇ ਡਾਕਟਰਾਂ ਵੱਲੋਂ ਨਾ ਆਈ ਕਾਰਡ ਬਣ ਜਾਂਦੇ ਸੀ ਔਰ ਉਹਨਾਂ ਨੂੰ ਕਿਹਾ ਜਾਂਦਾ ਸੀ ਕਿ ਇਹਨਾਂ ਨੂੰ ਅਫੀਮ ਸਾਰੀ ਉਮਰ ਖਾਣੀ ਹੈ, ਇਹਨਾਂ ਨੂੰ ਇੰਨੀ ਜਿਹੜੀ ਹੈ ਇਹਨਾਂ ਦਾ ਕੋਟਾ ਹੈ। ਇਹ ਤਾਂ ਇੱਕ ਤਰ੍ਹਾਂ ਦਾ ਮਤਲਬ ਇੱਕ ਚੀਜ਼ ਤੋਂ ਲਾਣਾ ਤੇ ਦੂਜੀ ਤੇ ਲਾਉਣਾ ਹੈ। ਅੱਜ ਡਰੱਗਸ ਦੇ ਤਸਕਰ ਨੇ, ਕੱਲ ਨੂੰ ਅਫੀਮ ਵੇਚਣ ਵਾਲੇ ਤੁਰ ਪੈਣਗੇ, ਭੁੱਕੀ ਵੇਚਣ ਵਾਲੇ ਤੁਰ ਪੈਣਗੇ। ਡਰੱਗ ਨੂੰ ਖਤਮ ਕਰਨਾ ਵਾਕਈ ਨਾਮੁਮਕਿਨ ਹੋਇਆ ਹੈ। ਇਹ ਬੜਾ ਵੱਡਾ ਮੁੱਦਾ ਹੈ ਡਰੱਗਸ ਦਾ ਔਰ ਸਾਡਾ ਜਿਹੜਾ ਪੰਜਾਬ ਹੈ ਇਹਦੀ ਜਵਾਨੀ ਨੂੰ ਖਤਮ ਕਰਨ ਔਰ ਪੰਜਾਬ ਨੂੰ ਖਾਲੀ ਕਰਨ ਲਈ ਇੱਕ ਬਹੁਤ ਵੱਡੀ ਰਾਜਨੀਤਿਕ ਪਾਲਿਸੀ ਇੱਕ ਹਿਡਨ ਏਜੰਡੇ ਤਹਿਤ ਲਾਗੂ ਕੀਤੀ ਜਾ ਰਹੀ ਹੈ। ਅੱਜ ਸਾਡਾ ਪੰਜਾਬ ਜਿਹੜਾ ਹੈ ਉਹ ਇੰਨਾ ਕੁ ਵੀਕ ਕਰ ਦਿੱਤਾ ਗਿਆ ਮੈਂਟਲੀ ਐਜ਼ ਵੈਲ ਐਜ਼ ਫਿਜ਼ੀਕਲੀ। ਜਿਹੜੀ ਸਿੰਥੈਟਿਕ ਨਸ਼ੇ ਆ ਉਹ ਭਰਮਾਰ ਦੇ ਨਾਲ ਪੂਰੇ ਮਤਲਬ ਜ਼ੋਰੋ ਸ਼ੋਰੋ ਦੇ ਨਾਲ ਔਰ ਸਰਕਾਰੀ ਤੰਤਰ ਦੇ ਨਾਲ ਦੀ ਹੈਲਪ ਦੇ ਨਾਲ ਉਹ ਵਿਕ ਰਹੇ ਨੇ। ਦੋਨੇ ਸਰਕਾਰਾਂ ਨੇ ਅੱਜ ਤੱਕ ਮੇਰੀ ਉਸ ਪਟੀਸ਼ਨ ਵਿੱਚ ਕੋਰਟ ਦੇ ਵਿੱਚ ਜਵਾਬ ਨਹੀਂ ਦਿੱਤਾ। 4 ਸਾਲ ਹੋ ਗਏ ਨੇ, ਕਿਸੇ ਕੋਲ ਕੋਈ ਜਵਾਬ ਨਹੀਂ ਹੈਗਾ। ਉਹ ਗੋਲੀਆਂ 6-6 7-7 ਸਾਲ ਤੋਂ ਸਾਡੇ ਬੱਚਿਆਂ ਨੂੰ ਨਸ਼ਾ ਛਡਾਉਣ ਦੇ ਨਾਮ ਤੇ ਵੰਡੀ ਜਾ ਰਹੀ ਹੈ। ਅਸੀਂ ਹਾਲੇ ਤੱਕ ਇਹ ਤਾਂ ਸੁਣਦੇ ਰਹੇ ਕਿ ਡਰੱਗ ਦੀ ਓਵਰਡੋਜ਼ ਨਾਲ ਮੌਤ ਹੋ ਗਈ, ਚਿੱਟੇ ਦੀ ਓਵਰਡੋਜ਼ ਨਾਲ ਮੌਤ ਹੋ ਗਈ। ਓਵਰਡੋਜ਼ ਸ਼ਬਦ ਆਉਂਦਾ ਹੈ ਤਾਂ ਫਿਰ ਕਹਿੰਦੇ ਨੇ ਜੀ ਬਦਲਾ ਅਫੀਮ ਦੀ ਗੱਲ ਚੱਲਦੀ ਹੈ। ਕੀ ਵਾਕਈ ਅਫੀਮ ਦੀ ਓਵਰਡੋਜ਼ ਨਹੀਂ ਹੁੰਦੀ? ਕੀ ਅਫੀਮ ਦੀ ਓਵਰਡੋਜ਼ ਨਾਲ ਬੰਦੇ ਦੀ ਮੌਤ ਹੋ ਸਕਦੀ ਹੈ? ਲੇਕਿਨ ਨਸ਼ਾ ਤਾਂ ਨਸ਼ਾ ਹੈ, ਨਸ਼ਾ ਕੋਈ ਵੀ ਹੈ। ਓਵਰਡੋਜ਼ ਕਿਸੇ ਵੀ ਚੀਜ਼ ਦੀ ਉਹ ਮਾੜੀ ਹੈ। ਨਸ਼ੇ ਦੀ ਸਭ ਤੋਂ ਵੱਡੀ ਖੇਪ ਫੜੀ ਜਾਂਦੀ ਹੈ ਮੁੰਦਰਾਪੁਰ ਤੇ। ਇੱਕ ਵਾਰ ਨਹੀਂ 2 ਵਾਰ ਫੜੀ ਜਾਂਦੀ ਹੈ। ਮੁੰਦਰਾਪੁਰ ਦਾ ਮਤਲਬ ਗੁਜਰਾਤ, ਪਰ ਨਸ਼ਾ ਪੰਜਾਬ ਵਾਲੇ ਪਾਸੇ ਜ਼ਿਆਦਾ ਦੇਖਿਆ ਜਾਂਦਾ ਹੈ ਕਿ ਗੁਜਰਾਤ ਦੀ ਸਰਕਾਰ ਦੀ ਇੰਨੀ ਕੁ ਵਧੀਆ ਪਕੜ ਹੈ ਕਿ ਉਹਨੇ ਆਪਣੇ ਬੱਚਿਆਂ ਨੂੰ, ਆਪਣੇ ਨੌਜਵਾਨਾਂ ਨੂੰ ਉੱਥੋਂ ਬਚਾ ਰੱਖਿਆ ਕਿ ਉੱਥੋਂ ਸਪਲਾਈ ਹੋ ਕੇ ਸਿੱਧਾ ਪੰਜਾਬ ਦੇ ਅੰਦਰ ਐਂਟਰ ਹੋ ਰਹੀ ਹੈ। ਪੰਜਾਬ ਨੂੰ ਖਤਮ ਕਰਨ ਦੇ ਲਈ ਬਹੁਤ ਵੱਡੀਆਂ ਤਾਕਤਾਂ ਲੱਗੀਆਂ ਹੋਈਆਂ ਨੇ। ਜਿਸ ਤਰੀਕੇ ਨਾਲ ਸਰਕਾਰ ਨੇ ਪੰਚਾਇਤਾਂ ਭੰਗ ਕਰ ਦਿੱਤੀਆਂ, ਪਰ ਅੱਜ ਜਿਸ ਤਰੀਕੇ ਨਾਲ ਫਟਕਾਰ ਲਾਈ ਹੈ ਕਿ ਇਹ ਨਹੀਂ ਲੱਗਦਾ ਕਿ ਇਹ ਸਰਕਾਰ ਵੀ ਸ਼ਾਇਦ ਫੈਸਲੇ ਬੜੀ ਜਲਦਬਾਜ਼ੀ 'ਚ ਲੈ ਰਹੀ ਹੈ, ਫਿਰ ਬਾਅਦ ਦੇ ਵਿੱਚ ਯੂ ਟਰਨ ਆਉਣਾ। ਇੱਥੇ ਤੁਹਾਨੂੰ ਨਹੀਂ ਲੱਗਦਾ ਕਿ ਸਰਕਾਰ ਦੀ ਕਿਤੇ ਨਾ ਕਿਤੇ ਕਿਰਕਰੀ ਹੋ ਜਾਂਦੀ ਹੈ? ਸਰਕਾਰ ਦੇ ਵਿੱਚ ਜਿਹੜੇ ਐਡਵਾਈਜ਼ਰ ਨੇ ਉਹ ਨਲਾਇਕ ਨੇ, ਬਿਲਕੁਲ ਕਾਲੀਆਂ ਭੇਡਾਂ ਨੇ ਜਿਹੜੀਆਂ ਸਾਡੇ ਮੁੱਖ ਮੰਤਰੀ ਸਾਹਿਬ ਦੀ ਇਮਾਨਦਾਰੀ ਨੂੰ ਲਬੇੜ ਕੇ ਉਹਨਾਂ ਦੀ ਵਰਕਿੰਗ ਨੂੰ ਟਾਰਨਿਸ਼ ਕਰਨਾ ਚਾਹੁੰਦੀਆਂ ਨੇ। ਸਤਿ ਸ਼੍ਰੀ ਅਕਾਲ, ਮੈਂ ਹਾਂ ਸੁੰਦਰ ਸਿੰਘ ਤੇ ਤੁਸੀਂ ਵੇਖ ਰਹੇ ਹੋ ਨਜ਼ਰੀਆ ਪਿੰਡ ਵੇ। ਜੀ ਅੱਜ ਸਾਡੀ ਨਜ਼ਰ ਰਹੇਗੀ ਪੰਜਾਬ ਹਰਿਆਣਾ ਹਾਈ ਕੋਰਟ ਦੀ ਉਹ ਫਟਕਾਰ ਤੇ ਜਿਹੜੀ ਕਿ ਪੰਜਾਬ ਸਰਕਾਰ ਨੂੰ ਲਾਈ ਹੈ। ਕਿਉਂਕਿ ਤੁਹਾਨੂੰ ਯਾਦ ਹੋਣਾ ਕਿ ਪਿਛਲੇ ਦਿਨੀ ਪੰਚਾਇਤਾਂ ਨੂੰ ਭੰਗ ਕਰ ਦਿੱਤਾ ਗਿਆ ਸੀ, ਪਰ ਅੱਜ ਕੋਰਟ ਨੇ ਪੁੱਛ ਲਿਆ ਕਿ ਇੰਨੀ ਕਾਹਲੀ ਕਿਉਂ, ਕਿਹੜਾ ਸਰਵੇ ਕਰਾਇਆ ਸੀ, ਆਖਰਕਾਰ ਕੀ ਇਹੋ ਜਿਹਾ ਤੁਹਾਨੂੰ ਦਿਖਿਆ ਕਿ ਤੁਹਾਨੂੰ ਸਮਾਂ ਤੋਂ ਪਹਿਲਾਂ ਕਿ ਪੰਚਾਇਤਾਂ ਨੂੰ ਭੰਗ ਕਰਨਾ ਪਿਆ। ਇਸੇ ਤੇ ਚਰਚਾ ਕਰਾਂਗੇ। ਦੇ ਨਾਲ ਚਰਚਾ ਕਰਾਂਗੇ ਗਵਰਨਰ ਤੇ ਮੁੱਖ ਮੰਤਰੀ ਦੇ ਜਿਹੜੀ ਖਿੱਚੋਤਾਣ ਚੱਲ ਰਹੀ ਹੈ ਉਸ ਤੇ ਵੀ, ਕਿਉਂਕਿ ਗਵਰਨਰ ਜੀ ਨੇ ਜਿਸ ਤਰੀਕੇ ਦਾ ਜਿਹੜਾ ਮੁੱਦਾ ਚੱਕਿਆ ਸੀ ਡਰੱਗਸ ਨੂੰ ਲੈ ਕੇ, ਕਿਉਂਕਿ ਅੱਜ ਜਿਹੜੇ ਮਹਿਮਾਨ ਨੇ ਸਾਡੇ ਜਿਹੜੇ ਵਿਸ਼ਲੇਸ਼ਕ ਨੇ ਉਹ ਵੀ ਡਾਕਟਰ ਨੇ, ਇਸ ਲਈ ਉਹ ਡਰੱਗ ਦਾ ਮੁੱਦਾ ਵੀ ਆਪਾਂ ਦੇਖਾਂਗੇ ਕਿ ਜਿਹੜਾ ਡਰੱਗ ਹੈ ਪੰਜਾਬ ਦੇ ਵਿੱਚ ਕੀ ਵਾਕਈ ਘਟ ਗਈ ਹੈ ਤੇ ਆਖਰਕਾਰ ਸਾਰੀਆਂ ਸਰਕਾਰਾਂ ਇਹ ਕਿਉਂ ਦਾਅਵੇ ਤਾਂ ਕਰ ਦਿੰਦੀਆਂ ਨੇ ਕਿ ਨਸ਼ਾ ਅਸੀਂ ਬੜੀ ਜਲਦੀ ਖਤਮ ਕਰ ਦਾਂਗੇ ਤੇ ਉਹ ਖਤਮ ਹੁੰਦਾ ਕਿਉਂ ਨਹੀਂ, ਇਸ ਤੇ ਚਰਚਾ ਕਰਾਂਗੇ। ਆਓ ਅੱਜ ਦੇ ਮਹਿਮਾਨ ਦਾ ਸਵਾਗਤ ਕਰ ਲੈਂਦੇ ਹਾਂ। ਮੇਰੇ ਨਾਲ ਮੌਜੂਦ ਰਹਿਣਗੇ ਡਾਕਟਰ ਪਰਮਜੀਤ ਸਿੰਘ ਰਾਣੂ। ਆਓ ਉਹਨਾਂ ਦਾ ਸਵਾਗਤ ਕਰ ਲੈਂਦੇ ਹਾਂ। ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਡਾਕਟਰ ਸਾਹਿਬ, ਇੱਕ ਤਾਂ ਡਰੱਗ ਦਾ ਆਪਾਂ ਜ਼ਿਕਰ ਕਰਨਾ ਚਾਹਾਂਗਾ। ਸ਼ੁਰੂਆਤ ਪਹਿਲਾਂ ਉੱਥੋਂ ਹੀ ਕਰਦੇ ਹਾਂ ਕਿਉਂਕਿ ਤੁਸੀਂ ਡਾਕਟਰ ਵੀ ਹੋ ਤੇ ਤੁਹਾਡੇ ਤੋਂ ਵਧੀਆ ਹੋਰ ਕੌਣ ਸਮਝਾ ਸਕਦਾ ਕਿ ਕੈਪਟਨ ਸਾਹਿਬ ਨੇ ਵੀ ਸਹੁੰ ਚੱਕੀ ਕਿ ਮੈਂ ਡਰੱਗ ਨੂੰ ਖਤਮ ਕਰ ਦਾਂਗਾ, 1 ਹਫ਼ਤੇ ਅੰਦਰ ਖਤਮ ਕਰ ਦਾਂਗਾ। ਲੋਕਾਂ ਨੇ ਮਾਣ ਬਖਸ਼ਿਆ, ਲੋਕਾਂ ਨੇ ਉਹ ਸਹੁੰ ਤੇ ਫੁੱਲ ਚੜਾਏ ਤੇ ਤੁਹਾਡੇ ਸਾਹਮਣੇ ਕਾਂਗਰਸ ਸਰਕਾਰ ਆਉਣ ਦਾ ਸਭ ਤੋਂ ਵੱਡਾ ਇਹ ਕਿਹਾ ਗਿਆ ਵੀ ਉਹ ਕਾਰਨ ਉਹ ਸਹੁੰ ਸੀਗੀ। ਸਹੁੰ ਪੂਰੀ ਨਹੀਂ ਹੋਈ ਤੇ ਉਹ ਸਹੁੰ ਹੀ ਕਾਰਨ ਰਹੀ ਕਿ ਅੱਜ ਕੈਪਟਨ ਸਾਹਿਬ ਜਿਸ ਤਰੀਕੇ ਨਾਲ ਸਾਈਡਲਾਈਨ ਕਰ ਦਿੱਤੇ ਗਏ, ਕਾਂਗਰਸ ਸੱਤਾ 'ਚ ਨਹੀਂ। ਇਹ ਵੀ ਬਦਲਾਵ ਤੇ ਆਏ। ਸਭ ਤੋਂ ਵੱਡੀ ਗੱਲ ਫਿਰ ਇਹ ਗੱਲ ਹੋਈ ਕਿ ਹਾਂ ਦੇਖੋ ਜੀ ਨਸ਼ੇ ਦਾ ਹਾਲਾਤ ਇਹੀ ਨੇ, ਪਰ ਅੱਜ ਵੀ ਮਾਵਾਂ ਦੇ ਪੁੱਤ ਉਸੇ ਤਰੀਕੇ ਨਾਲ ਜਾ ਰਹੇ ਨੇ, ਉਹ ਨਸ਼ੇ ਦੀ ਭੇਂਟ ਚੜ੍ਹ ਰਹੇ ਨੇ।
ਤੇ ਦੁੱਖ ਉਦੋਂ ਵੀ ਹੁੰਦਾ ਹੈ ਡਾਕਟਰ ਸਾਹਿਬ ਜਦੋਂ ਅੰਮ੍ਰਿਤ ਛਕਿਆ ਹੋਏ ਤੇ ਇਹੋ ਜਿਹੀਆਂ ਤਸਵੀਰਾਂ ਆਉਣ ਕਿ ਉਹ ਵੀ ਨਸ਼ੇ ਦੀ ਭੇਂਟ ਚੜ ਜਾਣ। ਕਿਵੇਂ ਦੇਖਦੇ ਹੋ ਕਿ ਆਖਰਕਾਰ ਇਹ ਡਰੱਗ ਖਤਮ ਕੀ ਮਨਸ਼ਾ ਸਰਕਾਰ ਦੀ ਨਹੀਂ ਕਿ ਡਰੱਗ ਨੂੰ ਖਤਮ ਕਰਨਾ ਵਾਕਈ ਨਾਮੁਮਕਿਨ ਹੋਇਆ ਵੈ? ਦੇਖੋ ਸੁਰਿੰਦਰ ਜੀ, ਇਹ ਬੜਾ ਵੱਡਾ ਮੁੱਦਾ ਹੈ ਡਰੱਗਸ ਦਾ, ਔਰ ਸਾਡਾ ਜਿਹੜਾ ਪੰਜਾਬ ਹੈ ਇਹਦੀ ਜਵਾਨੀ ਨੂੰ ਖਤਮ ਕਰਨ ਔਰ ਪੰਜਾਬ ਨੂੰ ਖਾਲੀ ਕਰਨ ਲਈ ਇੱਕ ਬਹੁਤ ਵੱਡੀ ਰਾਜਨੀਤਿਕ ਪਾਲਿਸੀ ਇੱਕ ਹਿਡਨ ਏਜੰਡੇ ਤਹਿਤ ਲਾਗੂ ਕੀਤੀ ਜਾ ਰਹੀ ਹੈ। ਬਿਕੋਜ਼ ਪੰਜਾਬ ਇਜ਼ ਏ ਬਾਰਡਰ ਸਟੇਟ ਤੇ ਇੱਥੇ ਇਹ ਆਪਣਾ ਜਿਹੜਾ ਕਹਿ ਲਓ ਸਿੱਖ ਰਿਲੀਜਨ ਕਹਿ ਲਓ ਜਾਂ ਪੰਜਾਬ ਦੀ ਆਪਣੀ ਇੱਕ ਪਕੜ ਕਹਿ ਲਓ ਇਸ ਧਰਤੀ ਤੇ ਇੰਨੀ ਕੁ ਮਜ਼ਬੂਤ ਹੈ ਕਿ ਇੱਥੋਂ ਸਾਡੀਆਂ ਜਿਹੜੀਆਂ ਬਾਰਡਰ ਵਾਲੀਆਂ ਨਾਲ ਦੀਆਂ ਜਿਹੜੀਆਂ ਸਟੇਟਸ ਨੇ, ਕੰਟਰੀਜ਼ ਨੇ, ਉਹ ਵੀ ਕੰਬਦੀਆਂ ਨੇ। ਅੱਜ ਸਾਡਾ ਪੰਜਾਬ ਜਿਹੜਾ ਹੈ ਉਹ ਇੰਨਾ ਕੁ ਵੀਕ ਕਰ ਦਿੱਤਾ ਗਿਆ ਮੈਂਟਲੀ ਐਜ਼ ਵੈਲ ਐਜ਼ ਫਿਜ਼ੀਕਲੀ ਕਿ ਤੁਸੀਂ ਦੇਖ ਲਓ ਕਿਤੇ ਵੀ ਕੋਈ ਭਰਤੀ ਹੁੰਦੀ ਆ ਉੱਥੇ ਵੀ ਸਾਡੀ ਗਿਣਤੀ ਜਿਹੜੀ ਹੈ ਉਹ ਬੜੀ ਅਨਲਿਮਿਟਿਡ ਜੀ, ਮਤਲਬ ਕਹਿ ਲਓ ਬਹੁਤ ਲਿਮਿਟਿਡ ਜੀ ਰਹਿ ਜਾਂਦੀ ਹੈ। ਸੋ ਇਹ ਜਿਹੜੀ ਡਰੱਗਸ ਦੀ ਗੱਲ ਤੁਸੀਂ ਕੀਤੀ ਹੈ, ਇੱਕ ਬਹੁਤ ਵੱਡਾ ਇਸ਼ੂ ਹੈ ਯੂਥ ਲਈ, ਔਰ ਆਉਣ ਵਾਲੇ ਸਮੇਂ ਦੇ ਵਿੱਚ ਬੜੀ ਹੀ ਇੱਕ ਪਾਲਿਸੀ ਦੇ ਤਹਿਤ ਪੰਜਾਬ ਨੂੰ ਖਤਮ ਕਰਨ ਲਈ ਇਹ ਲਾਗੂ ਕੀਤੀ ਜਾ ਰਹੀ ਹੈ। ਜਿੱਥੋਂ ਤੱਕ ਚਿੱਟਾ ਜਾਂ ਹੀਰੋਇਨ ਜਾਂ ਜਿਹੜੇ ਮਾੜੇ ਨਸ਼ੇ ਸੀਗੇ ਸਿੰਥੈਟਿਕ ਡਰੱਗਸ, ਉਹਨਾਂ ਨੂੰ ਰੋਕਣ ਦੇ ਵਿੱਚ ਮੈਂ ਇੱਕ ਗੱਲ ਕਹਾਂਗਾ ਕਿ ਸਰਕਾਰਾਂ ਕਾਮਯਾਬ ਜ਼ਰੂਰ ਹੋਈਆਂ ਨੇ, ਸਰਕਾਰਾਂ ਦੀਆਂ ਨੀਤਾਂ ਹਲੇ ਸਾਫ਼ ਨਹੀਂ ਹਨ, ਜਿਹਦੇ ਕਰਕੇ ਅੱਜ ਵੀ ਚਿੱਟਾ ਤੇ ਜਿਹੜੀ ਸਿੰਥੈਟਿਕ ਨਸ਼ੇ ਆ ਉਹ ਭਰਮਾਰ ਦੇ ਨਾਲ ਪੂਰੇ ਮਤਲਬ ਜ਼ੋਰੋ ਸ਼ੋਰੋ ਦੇ ਨਾਲ ਔਰ ਸਰਕਾਰੀ ਤੰਤਰ ਦੇ ਨਾਲ ਦੀ ਹੈਲਪ ਦੇ ਨਾਲ ਉਹ ਵਿਕ ਰਹੇ ਨੇ, ਜਿਹਦੇ ਕਰਕੇ ਅੱਜ ਪਿੰਡਾਂ ਦੇ ਵਿੱਚ ਲੋਕਾਂ ਨੂੰ ਆਪਣੇ ਬੱਚਿਆਂ ਨੂੰ ਬਚਾਉਣ ਦੀ ਖਾਤਰ ਇੱਕ ਮਤਲਬ ਪਹਿਰਾ ਦੇਣ ਦੇ ਲਈ ਉੱਠਣਾ ਪੈ ਗਿਆ, ਆਵਾਜ਼ ਉਠਾਉਣੀ ਪੈ ਗਈ ਹੈ। ਸੋ ਇਹਦੇ ਤੇ ਮੈਂ ਇਹ ਵੀ ਦੱਸਣਾ ਚਾਹਾਂਗਾ ਕਿ ਜਿਹੜਾ ਸਰਕਾਰ ਅੱਜ ਦੀ ਡੇਟ ਵਿੱਚ ਨਸ਼ਾ ਛਡਾਊ ਕੇਂਦਰਾਂ ਦੇ ਥਰੂ ਨਸ਼ੇ ਨੂੰ ਛਡਾਉਣ ਦੀ ਕੋਸ਼ਿਸ਼ ਕਰ ਰਹੀ ਹੈ, ਉਹਦੇ ਪਿੱਛੇ ਵੀ ਇੱਕ ਬਹੁਤ ਵੱਡਾ ਮਾਫੀਆ ਹੈ, ਔਰ ਉਹ ਹੈ ਜਿਵੇਂ ਬਿਪਰੀਨੋਰਫਿਨ ਨੋਕਸਿਨ ਇੱਕ ਗੋਲੀ ਹੈ। ਮੈਂ ਆਪ ਜੀ ਦੇ ਧਿਆਨ 'ਚ ਲਿਆਉਣਾ ਚਾਹੁੰਦਾ ਕਿ 2019 ਦੇ ਵਿੱਚ ਮਾਰਚ ਦੇ ਵਿੱਚ ਇਸ ਗੋਲੀ ਨੂੰ ਕੇਂਦਰ ਸਰਕਾਰ ਨੇ ਡਾਇਰੈਕਟਰ ਜਨਰਲ ਆਫ ਜਿਹੜਾ ਡਰੱਗ ਕੰਟਰੋਲਰ ਜਨਰਲ ਆਫ ਇੰਡੀਆ ਨੇ, ਤੇ ਉਹਨਾਂ ਨੇ ਇਹਦੀ ਆਮ ਵਿਕਰੀ ਹਰ ਇੱਕ ਸਾਈਕੈਟ੍ਰਿਸਟ ਇਹਨੂੰ ਆਪਣੇ ਕਲੀਨਿਕ ਤੇ ਵਰਤ ਸਕਦਾ, ਉਹ ਇਹ ਆਮ ਖੋਲ ਦਿੱਤੀ ਸੀ। ਇਹ ਗੱਲ ਹੈਗੀ ਜੀ ਕੋਈ ਲਗਭਗ 2009 ਦੇ ਮਾਰਚ ਜਾਂ ਮਈ ਦੀ ਹੈਗੀ ਆ, ਔਰ ਉਸ ਟਾਈਮ ਤੇ ਇਸ ਗੋਲੀ ਦੀ ਜਿਹੜੀ ਆਮ ਵਿਕਰੀ ਹੈ ਜਦੋਂ ਖੋਲੀ ਗਈ ਤਾਂ ਮੈਂ ਖੁਦ ਹਾਈ ਕੋਰਟ ਦੇ ਵਿੱਚ ਇਸ ਨੂੰ ਚੈਲੰਜ ਕੀਤਾ ਔਰ ਇਹਦਾ ਆਮ ਵਿਕਰੀ ਦੀ ਰੋਕ ਲਗਵਾਈ ਗਈ ਹੈ। ਹਾਈ ਕੋਰਟ ਤੋਂ ਅੱਜ ਵੀ ਰੋਕ ਲੱਗੀ ਹੈ। ਮਜ਼ੇ ਦੀ ਗੱਲ ਇਹ ਹੈ ਕਿ ਨਾ ਕੇਂਦਰ ਸਰਕਾਰ ਨਾ ਪੰਜਾਬ ਸਰਕਾਰ, ਦੋਨੇ ਸਰਕਾਰਾਂ ਨੇ ਅੱਜ ਤੱਕ ਮੇਰੀ ਉਸ ਪਟੀਸ਼ਨ ਵਿੱਚ ਕੋਰਟ ਦੇ ਵਿੱਚ ਜਵਾਬ ਨਹੀਂ ਦਿੱਤਾ। 4 ਸਾਲ ਹੋ ਗਏ ਨੇ, ਕਿਸੇ ਕੋਲ ਕੋਈ ਜਵਾਬ ਨਹੀਂ ਹੈਗਾ। ਸੋ ਇੱਕ ਬਹੁਤ ਮੰਦਭਾਗੀ ਗੱਲ ਹੈ। ਜਿਹੜੀ ਦਵਾਈ ਤੁਹਾਡਾ ਨਸ਼ਾ ਛਡਾਉਣ ਦੀ ਖਾਤਰ 3 ਮਹੀਨੇ ਜਾਂ 6 ਮਹੀਨੇ ਦਾ ਉਹਦਾ ਹੈਗਾ ਪ੍ਰੋਵੀਜ਼ਨ ਹੈ ਕਿ ਇੰਨੀ ਕੁ ਦੇਰ ਹੀ ਦੇਣੀ ਚਾਹੀਦੀ ਹੈ, ਉਹ ਗੋਲੀਆਂ 6-6, 7-7 ਸਾਲ ਤੋਂ ਸਾਡੇ ਬੱਚਿਆਂ ਨੂੰ ਨਸ਼ਾ ਛਡਾਉਣ ਦੇ ਨਾਮ ਤੇ ਵੰਡੀ ਜਾ ਰਹੀ ਹੈ ਔਰ ਸਰਕਾਰੀ ਤੌਰ ਤੇ ਵੰਡੀ ਜਾ ਰਹੀ ਹੈ, ਜਿਹਦੇ ਤੇ ਕੋਈ ਰੋਕ ਨਹੀਂ ਹੈ। ਸੋ ਇਹ ਵੀ ਇੱਕ ਬਹੁਤ ਵੱਡਾ ਇਸ਼ੂ ਹੈ ਕਿ ਅੱਜ ਉਹ ਬੱਚੇ ਉਸ ਗੋਲੀ ਨੂੰ ਰਗੜ ਕੇ ਸਨਿਫ ਕਰ ਰਹੇ ਨੇ ਜਾਂ ਉਹਦੀਆਂ ਟੀਕੇ ਲਾ ਰਹੇ ਨੇ ਤੇ ਓਵਰਡੋਜ਼ ਕਰਕੇ ਉਹਨਾਂ ਦੀ ਮੌਤ ਵੀ ਹੋ ਰਹੀ ਹੈ। ਪਰ ਡਾਕਟਰ ਸਾਹਿਬ ਇੱਕ ਪਾਸੇ ਤੁਸੀਂ ਦੇਖੋ ਵੀ ਤੁਸੀਂ ਐਡਾ ਵੱਡਾ ਪੁਆਇੰਟ ਚੱਕ ਲਿਆ ਵੀ ਰਿਹਾਬ ਸੈਂਟਰਾਂ ਦੇ ਵਿੱਚ ਜਿਹੜੀ ਨਸ਼ਾ ਰੋਕਣ ਵਾਸਤੇ ਦਵਾਈਆਂ ਦਿੱਤੀ ਜਾਣੀਆਂ ਸੀ ਉਹਨੂੰ ਕਿਸ ਤਰੀਕੇ ਨਾਲ ਵਰਤੋਂ ਕੀਤੀ ਜਾ ਰਹੀ ਹੈ। ਦੂਜੇ ਪਾਸੇ ਕਹਿੰਦੇ ਨੇ ਕਿ ਅਫੀਮ ਦੀ ਖੇਤੀ ਕਰ ਲਓ ਕਿ ਸ਼ਾਇਦ ਉਸ ਨਾਲ ਨਸ਼ਾ ਘੱਟ ਹੋ ਜੂ। ਤੁਹਾਨੂੰ ਲੱਗਦਾ ਕਿ ਜੇ ਨਸ਼ਾ ਰੋਕਣ ਵਾਲੀਆਂ ਗੋਲੀਆਂ ਇਹ ਨਹੀਂ ਨਸ਼ਾ ਰੋਕ ਸਕੀਆਂ ਤਾਂ ਅਫੀਮ ਦੀ ਖੇਤੀ ਕੀ ਵਾਕਈ ਜਿਹੜੀ ਆ ਬਦਲ ਹੈ ਕਿ ਇਸ ਨਾਲ ਨਸ਼ਾ ਰੁਕ ਜੂਗਾ? ਬਿਲਕੁਲ ਸੁਰਿੰਦਰ ਜੀ, ਬੜਾ ਵੈਲਿਡ ਪੁਆਇੰਟ ਹੈ ਇਹ ਤੁਹਾਡਾ। ਜਦੋਂ ਅਸੀਂ ਕਹਿੰਦੇ ਹਾਂ ਕਿ ਅਫੀਮ ਜਾਂ ਖਸਖਸ ਦੀ ਖੇਤੀ ਕਰਕੇ ਅਸੀਂ ਲੋਕਾਂ ਨੂੰ ਇਸ ਨਸ਼ੇ ਤੋਂ ਬਚਾ ਲਾਂਗੇ, ਤਾਂ ਉੱਥੇ ਇੱਕ ਪੁਆਇੰਟ ਇਹ ਵੀ ਆਉਂਦਾ ਕਿ ਕੀ ਤੁਸੀਂ ਉਹਨਾਂ ਬੱਚਿਆਂ ਦੇ ਦਿਮਾਗ ਜਿਹੜੇ ਨੇ, ਜਿਹੜੇ ਅੱਜ ਇੱਕ ਫਰਟਾਈਲ ਬ੍ਰੇਨ ਹੈ, ਬੱਚਾ ਜਿਹੜਾ ਹੈ ਉਹ ਆਪਦੀ ਪੜ੍ਹਾਈ ਕਰਦਾ ਹੈ, ਉਹ ਫਰਟਾਈਲ ਬ੍ਰੇਨ ਨੇ ਫੋਰਨ ਦੇ ਵਿੱਚ ਜਾਣਾ ਹੈ ਜਾਂ ਆਪਣੇ ਇੰਡੀਆ ਦੇ ਵਿੱਚ ਕੋਈ ਸਾਇੰਟਿਸਟ ਬਣਨਾ, ਉਸ ਬੱਚੇ ਨੇ ਡਾਕਟਰ ਬਣਨਾ, ਇੰਜੀਨੀਅਰ ਬਣਨਾ, ਜੇ ਉਹਨੂੰ ਪਹਿਲਾਂ ਤੋਂ ਹੀ ਤੁਸੀਂ ਨਸ਼ਿਆਂ ਤੇ ਲਾ ਕੇ ਨਿਪੁੰਸਕ ਕਰ ਦਿੱਤਾ, ਉਹਦਾ ਬ੍ਰੇਨ ਡੰਪ ਕਰ ਦਿੱਤਾ, ਤਾਂ ਨੈਚੁਰਲ ਉਹਦੀ ਫੈਕਲਟੀਜ਼ ਕਿੱਥੋਂ ਖੁੱਲਣਗੀਆਂ ਆਉਣੀਆਂ। ਸੋ ਇਹ ਇੱਕ ਬਹੁਤ ਵੱਡੀ ਪਾਲਿਸੀ ਹੈ ਸਰ, ਜਿਹਦੇ ਤੇ ਪਹਿਰਾ ਦੇਣ ਦੀ ਲੋੜ ਹੈ। ਸਿਰਫ ਅਫੀਮ ਦੀ ਖੇਤੀ ਜਾਂ ਖਸਖਸ ਜਿਹੜੀ ਹੈ ਉਹ ਸਾਡੇ ਪਿੰਡਾਂ ਦੇ ਲੋਕਾਂ ਨੂੰ ਤਾਂ ਬਚਾ ਲਏਗੀ ਜਾਂ ਆਪਣੇ ਉਹਨਾਂ ਬੱਚਿਆਂ ਨੂੰ ਤਾਂ ਬਚਾ ਲਾਂਗੇ ਅਸੀਂ, ਲੇਕਿਨ ਅਗਰ ਅਸੀਂ ਸੋਚੀਏ ਕਿ ਅਸੀਂ ਉਹਨਾਂ ਨੂੰ ਉੱਥੋਂ ਕੱਢ ਲਾਂਗੇ ਤਾਂ ਉਹ ਵੀ ਤਾਂ ਔਖਾ ਹੀ ਹੈ। ਹੁਣ ਜਿਹੜੇ ਵੀ ਅਫੀਮ ਤੇ ਐਡਿਕਟਸ ਹੁੰਦੇ ਨੇ,
ਤੁਸੀਂ ਦੱਸੋ ਵੀ ਕਿਹੜੇ ਅਫੀਮ ਐਡਿਕਟਸ ਨੇ ਜਿਹੜੇ ਮਤਲਬ ਆਪਣਾ ਨਸ਼ਾ ਜਿਹੜਾ ਸੌਖੇ ਤਰੀਕੇ ਨਾਲ ਛੱਡ ਜਾਂਦੇ ਨੇ। ਅਫੀਮ ਚ ਤਾਂ ਵੈਸੇ ਹੀ ਸਾਰੀ ਉਮਰ ਲਈ ਉਹਨਾਂ ਨੂੰ ਤਾਂ ਲਾਇਸੈਂਸ ਬਣਵਾ ਕੇ ਸੌਰੀ ਆਇਡੈਂਟੀ ਕਾਰਡ ਬਣਵਾ ਕੇ ਉਹਨਾਂ ਨੂੰ ਦਵਾਈ ਤੇ ਲੱਗਣਾ ਪੈ ਗਿਆ। ਜਿਹੜੇ ਪੁਰਾਣੇ ਅਫੀਮ ਚ ਹੁੰਦੇ ਸੀ, ਆਪਣੇ ਬਜ਼ੁਰਗ ਕਹਿ ਲਓ, ਆਪਣੇ ਪੁਰਖੇ ਕਹਿ ਲਓ, ਜਿਹੜੇ ਅਫੀਮ ਤੇ ਲੱਗੇ ਹੁੰਦੇ ਸੀ, ਉਹਨਾਂ ਦੇ ਡਾਕਟਰਾਂ ਵੱਲੋਂ ਨਾ ਆਈ ਕਾਰਡ ਬਣ ਜਾਂਦੇ ਸੀ, ਸਿਵਲ ਸਰਜਨ ਬਣਾਉਂਦੇ ਹੁੰਦੇ ਸੀ ਉਹਨੂੰ, ਔਰ ਉਹਨਾਂ ਨੂੰ ਕਿਹਾ ਜਾਂਦਾ ਸੀ ਕਿ ਇਹਨਾਂ ਨੂੰ ਅਫੀਮ ਸਾਰੀ ਉਮਰ ਖਾਣੀ ਹੈ, ਇਹਨਾਂ ਨੂੰ ਇੰਨੀ ਜਿਹੜੀ ਹੈ ਇਹਨਾਂ ਦਾ ਕੋਟਾ ਹੈ। ਸੋ ਇਹ ਤਾਂ ਇੱਕ ਤਰ੍ਹਾਂ ਦਾ ਮਤਲਬ ਇੱਕ ਚੀਜ਼ ਤੋਂ ਲਾਣਾ ਤੇ ਦੂਜੀ ਤੇ ਲਾਉਣਾ ਹੈ। ਹੁਣ ਕੱਲ ਨੂੰ ਅੱਜ ਤੁਸੀਂ ਦੇਖੋ, ਅੱਜ ਡਰੱਗਸ ਦੇ ਤਸਕਰ ਨੇ, ਕੱਲ ਨੂੰ ਫੀਮ ਵੇਚਣ ਵਾਲੇ ਤੁਰ ਪੈਣਗੇ, ਭੁੱਕੀ ਵੇਚਣ ਵਾਲੇ ਤੁਰ ਪੈਣਗੇ। ਇਹ ਮਾਮਲਾ ਏਦਾਂ ਖਤਮ ਨਹੀਂ ਹੋਣ ਵਾਲਾ। ਇਹਦੇ ਤੇ ਬਹੁਤ ਚਿੰਤਿਤ ਹੋ ਕੇ, ਇਹਦੇ ਤੇ ਡੈਲੀਬਰੇਸ਼ਨਸ ਕਰਕੇ, ਬੜਾ ਸੋਚ ਸਮਝ ਕੇ ਇਹਨੂੰ ਖਤਮ ਕਰਨ ਦੀ ਲੋੜ ਪਏਗੀ। ਇਟਸ ਨਾਟ ਸੋ ਈਜ਼ੀ ਜੌਬ। ਡਾਕਟਰ ਸਾਹਿਬ ਇੱਕ ਚੀਜ਼ ਹੋਰ ਦੱਸੋ ਕਿ ਅਸੀਂ ਹਾਲੇ ਤੱਕ ਇਹ ਤਾਂ ਸੁਣਦੇ ਰਹੇ ਕਿ ਡਰੱਗ ਦੀ ਓਵਰਡੋਜ਼ ਨਾਲ ਮੌਤ ਹੋ ਗਈ, ਚਿੱਟੇ ਦੀ ਓਵਰਡੋਜ਼ ਨਾਲ ਮੌਤ ਹੋ ਗਈ। ਓਵਰਡੋਜ਼ ਸ਼ਬਦ ਆਉਂਦਾ ਹੈ ਤਾਂ ਫਿਰ ਕਹਿੰਦੇ ਨੇ ਜੀ ਬਦਲਾ ਅਫੀਮ ਦੀ ਗੱਲ ਚੱਲਦੀ ਹੈ। ਕੀ ਵਾਕਈ ਅਫੀਮ ਦੀ ਓਵਰਡੋਜ਼ ਨਹੀਂ ਹੁੰਦੀ? ਕੀ ਕਿਉਂਕਿ ਤੁਸੀਂ ਡਾਕਟਰ ਹੋ, ਕੀ ਅਫੀਮ ਦੀ ਓਵਰਡੋਜ਼ ਨਾਲ ਬੰਦੇ ਦੀ ਮੌਤ ਹੋ ਸਕਦੀ ਹੈ? ਕਿਉਂਕਿ ਓਵਰਡੋਜ਼ ਤਾਂ ਓਵਰਡੋਜ਼ ਹੈ ਨਾ। ਸ਼ਾਇਦ ਲੋਕਾਂ ਦੇ ਮਨ ਦੇ ਵਿੱਚ ਇਹ ਵੀ ਫੀਡ ਕੀਤਾ ਜਾ ਰਿਹਾ ਕਿ ਅਫੀਮ ਜਿੰਨੀ ਮਰਜ਼ੀ ਖਾ ਲਓ ਤਾਂ ਸ਼ਾਇਦ ਉਹਦਾ ਕੋਈ ਸਾਈਡ ਇਫੈਕਟ ਨਹੀਂ ਹੈ, ਉਸ ਨਾਲ ਬੰਦੇ ਦੀ ਮੌਤ ਨਹੀਂ ਹੋ ਸਕਦੀ। ਇਸ ਤੇ ਜ਼ਰੂਰ ਥੋੜਾ ਜਿਹਾ ਜ਼ਰੂਰ, ਕਿਉਂਕਿ ਬਹੁਤ ਸਾਰੇ ਨੌਜਵਾਨ ਵੀ ਇਹ ਦੇਖਦੇ ਹੋਣਗੇ, ਆਪਣੇ ਦਰਸ਼ਕ ਨੇ, ਘੱਟ ਤੋਂ ਘੱਟ ਉਹਨਾਂ 'ਚ ਇਹ ਫਰੇਮ ਤਾਂ ਖਤਮ ਕਰੀਏ ਕਿ ਅਫੀਮ ਦੀ ਓਵਰਡੋਜ਼ ਦਾ ਮਤਲਬ ਇਹ ਨਹੀਂ ਕਿ ਅਫੀਮ ਜਿੰਨੀ ਮਰਜ਼ੀ ਖਾ ਲਈਏ ਤਾਂ ਮਤਲਬ ਇਹਦਾ ਓਵਰਡੋਜ਼ ਨਹੀਂ ਹੋ ਸਕਦੀ। ਜੀ ਸੁਰਿੰਦਰ ਜੀ, ਮੈਂ ਇੱਕ ਗੱਲ ਕਹਿਣੀ ਚਾਹੁੰਦਾ ਕਿ ਅੱਜ ਕੱਲ ਅਡਲਟ੍ਰੇਸ਼ਨ ਦਾ ਯੁੱਗ ਹੈ, ਹਰ ਚੀਜ਼ ਦੇ ਵਿੱਚ ਮਿਲਾਵਟ ਹੈ। ਅਫੀਮ ਵੀ ਜਿਹੜੀ ਅੱਜ ਮਿਲ ਰਹੀ ਹੈ ਲੋਕਾਂ ਨੂੰ, ਉਹ ਕੋਈ ਸਹੀ ਨਹੀਂ ਮਿਲ ਰਹੀ ਹੈਗੀ। ਡਰੱਗਸ ਨੂੰ ਰਗੜ ਕੇ ਘੋਟ ਕੇ ਉਹਦੇ ਵਿੱਚ ਬੋਰਨਵੀਟਾ ਪਾ ਕੇ, ਥੋੜੀ ਜਿਹੀ ਫੀਮ ਪਾ ਕੇ, ਉਹਨੂੰ ਬਲੈਕ ਕਰਕੇ ਉਹ ਵੇਚੀ ਜਾ ਰਹੀ ਹੈ। ਔਰ ਇਸੇ ਤਰ੍ਹਾਂ ਅਡਲਟਰੇਟਡ ਅਫੀਮ ਵੀ ਤਾਂ ਮਾਰਕੀਟ ਵਿੱਚ ਆ ਸਕਦੀ ਹੈ, ਜਿਹੜੀ ਆਈ ਹੋਈ ਹੈ ਇਸ ਵੇਲੇ। ਤੁਸੀਂ ਅੱਜ ਇੱਕ ਨਾਰਮਲ ਆਦਮੀ ਜਿਹੜਾ ਪਹਿਲਾਂ ਅਫੀਮ ਖਾਂਦਾ ਸੀ, ਉਹਨੂੰ ਪੁੱਛ ਕੇ ਦੇਖੋ ਕਿ ਕਈ ਵਾਰ ਅਫੀਮ ਖਾਣ ਨਾਲ ਅਫਰੇਮਾ ਹੋ ਜਾਂਦਾ, ਪੇਟ ਦੇ ਵਿੱਚ ਦਰਦ ਹੋਣ ਲੱਗ ਜਾਂਦਾ ਹੈ, ਔਰ ਵੱਟ ਪੈਂਦੇ ਆ ਪੇਟ ਦੇ ਵਿੱਚ, ਕਬਜ਼ ਹੋਣ ਲੱਗ ਜਾਂਦੀ ਹੈ, ਕਿੰਨੀਆਂ ਬਿਮਾਰੀਆਂ ਲੱਗਦੀਆਂ ਨੇ। ਜ਼ਰੂਰੀ ਤਾਂ ਨਹੀਂ ਕਿ ਅਫੀਮ ਤੁਹਾਨੂੰ ਉਹਦਾ ਚੀਜ਼ਾਂ ਤੋਂ ਸੇਫ ਕਰਦੀ ਹੈਗੀ ਹੈ। ਠੀਕ ਹੈ, ਅਫੀਮ ਦਾ ਮਕਸਦ ਸਿਰਫ ਇੰਨਾ ਕੀ ਹੈ ਕਿ ਚਲੋ ਉਹ ਤੁਹਾਨੂੰ ਇੱਕ ਤਰ੍ਹਾਂ ਦਾ ਇੱਕ ਸਹਾਰਾ ਜ਼ਰੂਰ ਮਿਲ ਜਾਂਦਾ ਟੈਂਪਰੇਰੀਲੀ, ਬਟ ਲੇਕਿਨ ਨਸ਼ਾ ਤਾਂ ਨਸ਼ਾ ਹੈ। ਨਸ਼ਾ ਕੋਈ ਵੀ ਹੈ, ਓਵਰਡੋਜ਼ ਕਿਸੇ ਵੀ ਚੀਜ਼ ਦੀ ਉਹ ਮਾੜੀ ਹੈ। ਸ਼ਰਾਬ ਪੀ ਲਓ, ਜਿਹੜਾ ਬੰਦਾ ਡੇਲੀ ਸ਼ਰਾਬ ਪੀਂਦਾ ਹੈ ਔਰ ਮਕਦਾਰ ਤੋਂ ਜਿਹੜੀ ਰეკਮੈਂਡਡ ਡੋਜ਼ ਆ ਉਸ ਤੋਂ ਜ਼ਿਆਦਾ ਪੀਂਦਾ ਹੈ, 100-150 ml ਤੋਂ ਜ਼ਿਆਦਾ ਪੀਂਦਾ ਹੈ, ਤਾਂ ਓਬਵੀਅਸ ਹੈ ਉਹਦਾ ਲਿਵਰ ਡੈਮੇਜ ਹੋਣਾ ਹੀ ਹੋਣਾ ਹੈ। ਸੋ ਅੱਜ ਅਫੀਮ ਦੀ ਗੱਲ ਵੀ ਕਰ ਲਓ, ਜਿਹੜਾ ਵੱਧ ਅਫੀਮ ਖਾਂਦਾ ਉਹਨੂੰ ਵੀ ਨੈਚੁਰਲ ਹੈ, ਕੋਈ ਨਾ ਕੋਈ ਪ੍ਰੋਬਲਮਸ ਉਹਦੀਆਂ ਆਉਣੀਆਂ ਨੇ। ਐਡਿਕਸ਼ਨ ਹੋ ਗਈ ਤਾਂ ਮੁੜ ਕੇ ਛੁੱਟਦੀ ਨਹੀਂ। ਜੇ ਕੱਲ ਨੂੰ ਉਹਨੇ ਜਹਾਜ਼ ਚੜ੍ਹਨਾ ਹੈ, ਵਿਦੇਸ਼ ਜਾਣਾ ਹੈ, ਤਾਂ ਉਹ ਜਾ ਹੀ ਨਹੀਂ ਸਕਦਾ ਹੈਗਾ, ਕਿਸੇ ਵੀ ਪਾਸੇ ਨਹੀਂ ਮੂਵ ਕਰ ਸਕਦਾ ਵਿਦਆਊਟ ਅਫੀਮ। ਤੇ ਇਹ ਚੀਜ਼ ਹੈ ਕਿ ਇਹ ਭੁਲੇਖਾ ਬਹੁਤ ਵੱਡਾ ਹੈ ਕਿ ਓਵਰਡੋਜ਼ ਨਾਲ ਮੌਤ ਹੋ ਰਹੀ ਹੈ ਤੇ ਸਿਰਫ ਉਹ ਚਿੱਟੇ ਤੇ ਉਹਦੇ ਨਾਲ ਹੋ ਰਹੀ ਹੈ। ਮੈਂ ਜਿਹੜੀ ਗੱਲ ਦੱਸੀ ਹੈ ਪਹਿਲਾਂ ਕਿ ਜਿਹੜੀ ਬਿਪਰੀਨੋਰਫਿਨ ਗੋਲੀ ਦੀ ਗੱਲ ਮੈਂ ਕੀਤੀ ਹੈ, ਉਹਨੂੰ ਵੀ ਰਗੜ ਕੇ ਅੱਜ ਸੋਡਿਆਂ 'ਚ ਪਾ ਕੇ ਪੀਤੀ ਜਾ ਰਹੀ ਹੈ, ਜਾਂ ਉਹਦੇ 'ਚ ਘੋਲ ਕੇ ਬੱਚੇ ਟੀਕੇ ਲਾਈ ਜਾਂਦੇ ਆ ਉਸ ਦਵਾਈ ਦੇ, ਔਰ ਟੀਕਾ ਲਾਉਣ ਨਾਲ ਉਹਦੀ ਮੌਤ ਹੋ ਜਾਂਦੀ ਹੈ ਬਿਕੋਜ਼ ਓਵਰਡੋਜ਼ ਹੈ। ਸੋ ਸਿੰਥੈਟਿਕ ਡਰੱਗਸ ਦੇ ਟੀਕੇ ਜਿਹੜੇ ਲਾ ਰਹੇ ਨੇ ਬੱਚੇ, ਉਹ ਵੀ ਤਾਂ ਓਵਰਡੋਜ਼ ਹੈ। ਜ਼ਰੂਰੀ ਨਹੀਂ ਕਿ ਚਿੱਟਾ ਹੀ ਹੋਵੇ, ਇਹ ਸਿੰਥੈਟਿਕ ਡਰੱਗਸ ਵੀ ਨੇ। ਸੋ ਇਸ ਕਰਕੇ ਕੱਲੀ ਅਫੀਮ ਤੇ ਖਸਖਸ ਦੇ ਨਾਲ ਅਸੀਂ ਕਹੀਏ, ਆਪਾਂ ਦੇਖਿਆ ਕਈ ਭੁੱਕੀ ਖਾਣ ਵਾਲੇ ਜਿਹੜੇ ਨੇ ਉਹ ਰਸਤਿਆਂ 'ਚ ਡਿੱਗੇ ਪਏ ਹੁੰਦੇ ਆ, ਉਹਨਾਂ ਦੇ ਮੂੰਹ ਚੋਂ ਠੋਕਰ ਗਿਰਦਾ ਹੁੰਦਾ ਔਰ ਬੁਰਾ ਹਾਲ ਹੁੰਦਾ। ਸੋ ਮੈਂਟਲ ਸਟੇਟ ਆਫ ਮਾਈਂਡ ਜਿਹੜੀ ਹੈ ਉਹ ਤਾਂ ਡਿਸਟਰਬ ਹੋ ਜਾਂਦੀ ਹੈ ਨਾ, ਔਰ ਵਿਅਕਤੀ ਜਿਹੜਾ ਹੈ ਉਹ ਸਮਾਜ ਦੇ ਵਿੱਚ ਵੀ ਕਲੰਕਿਤ ਹੋ ਜਾਂਦਾ ਹੈ। ਉਹਨੂੰ ਅਮਲੀ ਦਾ ਨਾਮ ਦਿੱਤਾ ਜਾਂਦਾ ਕਿ ਇਹ ਤਾਂ ਅਫੀਮ ਚੀ ਹੈ, ਇਹ ਤਾਂ ਅਮਲੀ ਹੈ, ਤੇ ਉਹਨੂੰ ਇੱਕ ਸਟੇਟਸ ਸਟਿਗਮਾ ਉਹਦੇ ਤੇ ਜਿਹੜਾ ਮਤਲਬ ਉਹਦੇ ਤੇ ਇੱਕ ਲੇਬਲ ਲੱਗ ਜਾਣਾ ਕਿ ਇਹ ਤਾਂ ਜੀ ਅਮਲੀਆਂ ਦਾ ਪਰਿਵਾਰ ਆ, ਇਹ ਤਾਂ ਨਸ਼ੇੜੀਆਂ ਦਾ ਪਰਿਵਾਰ ਆ, ਇਹ ਤਾਂ ਡੋਡੇ ਪੀਣੇ ਨੇ। ਸੋ ਇਹੋ ਜਿਹੀਆਂ ਗੱਲਾਂ ਜਿਹੜੀਆਂ ਨੇ ਉਹ ਵੀ ਤਾਂ ਇੱਕ ਸਟਿਗਮਾ ਹੈ ਸਮਾਜ ਦੇ ਵਿੱਚ। ਇਹ ਨਹੀਂ ਕਿ ਅਸੀਂ ਇਕੱਲਾ ਇਹਨਾਂ ਚੀਜ਼ਾਂ ਤੋਂ ਬਚ ਜਾਾਂਗੇ। ਸੋ ਜੇ ਅਸੀਂ ਨਸ਼ਿਆਂ ਤੋਂ ਰਹਿਤ ਹੋਣਾ ਤਾਂ ਸਾਨੂੰ ਇਹ ਸਾਰੀਆਂ ਚੀਜ਼ਾਂ ਤੇ ਪਹਿਰਾ ਦੇਣਾ ਪਏਗਾ, ਔਰ ਸਾਡੇ ਜਿਹੜੇ ਲੀਡਰਸ ਨੇ, ਸਾਡੀ ਜਿਹੜੀ ਸਰਕਾਰ ਹੈ, ਉਹਨੂੰ ਇਹ ਸੋਚਣਾ ਪਏਗਾ ਬਕਾਇਦਾ ਕਿ ਅਸੀਂ ਅਗਰ ਇੱਕ ਨਸ਼ੇ ਤੋਂ ਬੱਚਿਆਂ ਨੂੰ ਲਾਉਂਦੇ ਹਾਂ ਤਾਂ ਉਹਨਾਂ ਨੂੰ ਰੀਹੈਬ ਕਿਸ ਤਰੀਕੇ ਨਾਲ ਕਰਨਾ। ਸੋ ਰੀਹੈਬਲੀਟੇਸ਼ਨ ਲਈ ਅਸੀਂ ਰეკਮੈਂਡ ਕੀਤਾ, ਜਿਸ ਤਰ੍ਹਾਂ ਪਹਿਲਾਂ ਸਰਕਾਰਾਂ ਨੂੰ ਵੀ ਅਸੀਂ ਬੇਨਤੀਆਂ ਕੀਤੀਆਂ ਨੇ, ਸਾਡੀਆਂ ਜਥੇਬੰਦੀਆਂ ਨੇ ਵੀ ਬੇਨਤੀ ਕੀਤੀਆਂ ਕਿ ਆਯੁਰਵੈਦਿਕ ਤੇ ਹੋਮਿਓਪੈਥੀ, ਜਿਹਨੂੰ ਆਯੂਸ਼ ਕਹਿੰਦੇ ਆ, ਉਹ ਇੱਕ ਇੰਟੈਗ੍ਰੇਟਿਡ ਸਿਸਟਮ ਆਫ ਮੈਡੀਸਿਨ ਆ। ਉਹਦੀ ਹੈਲਪ ਦੇ ਨਾਲ ਅਗਰ ਬੱਚੇ ਰੀਹੈਬ ਹੁੰਦੇ ਨੇ ਤਾਂ ਨੈਚੁਰਲ ਆ, ਉਹਨਾਂ ਦੇ ਵਿੱਚ ਇਹ ਚੀਜ਼ਾਂ ਦੀ ਬੁਰਾਈਆਂ ਨਜ਼ਰ ਨਹੀਂ ਆਉਂਦੀਆਂ। ਐਲੋਪੈਥਿਕ ਸਿਸਟਮ ਦੇ ਨਾਲ ਜਦੋਂ ਤੁਸੀਂ ਰੀਹੈਬ ਕਰਦੇ ਹੋ ਤਾਂ ਤੁਸੀਂ ਇੱਕ ਨਸ਼ੇ ਤੋਂ ਹਟਾ ਕੇ ਦੂਜੇ ਤੇ ਲਾਉਂਦੇ ਹੋ। ਡਾਕਟਰ ਸਾਹਿਬ ਇੱਕ ਚੀਜ਼ ਹੋਰ ਬੜੀ ਸੋਚਣ ਵਾਲੀ ਹੈ ਕਿ ਤੁਸੀਂ ਦੇਖੋ ਵੀ ਨਸ਼ੇ ਦੀ ਸਭ ਤੋਂ ਵੱਡੀ ਖੇਪ ਫੜੀ ਜਾਂਦੀ ਹੈ ਮੁੰਦਰਾਪੁਰ ਤੇ, ਇੱਕ ਵਾਰ ਨਹੀਂ 2 ਵਾਰ ਫੜੀ ਜਾਂਦੀ ਹੈ। ਮੁੰਦਰਾਪੁਰ ਦਾ ਮਤਲਬ ਗੁਜਰਾਤ, ਪਰ ਨਸ਼ਾ ਪੰਜਾਬ ਵਾਲੇ ਪਾਸੇ ਜ਼ਿਆਦਾ ਦੇਖਿਆ ਜਾਂਦਾ ਹੈ
ਕੀ ਗੁਜਰਾਤ ਤੋਂ ਖਬਰਾਂ ਨਹੀਂ ਆਉਂਦੀਆਂ ਤਾਂ ਹੈ ਕਿ ਹੁਣ ਇਹ ਕਨੈਕਸ਼ਨ ਕਿਸ ਤਰੀਕੇ ਨਾਲ ਜੋੜਦੇ ਹੋ ਵੀ ਸਭ ਤੋਂ ਜ਼ਿਆਦਾ ਸਪਲਾਈ ਉਧਰਲੇ ਪਾਸੇ ਹੋਈ ਹੈ ਤੇ ਸਭ ਤੋਂ ਜ਼ਿਆਦਾ ਜਿਹੜਾ ਸਫ਼ਰ ਕਰ ਰਿਹਾ ਉਹ ਪੰਜਾਬ ਕਰ ਰਿਹਾ, ਗੁਜਰਾਤ ਕਿੱਥੇ, ਪੰਜਾਬ ਕਿੱਥੇ? ਇਹਨੂੰ ਕਿਵੇਂ ਦੇਖਦੇ ਹੋ? ਕੀ ਗੁਜਰਾਤ ਦੀ ਫਿਰ ਇੱਥੇ ਸਰਕਾਰ ਦੀ, ਇਹਦਾ ਮਤਲਬ ਸਮਝਦਾਰੀ ਸਮਝੀਏ ਕਿ ਗੁਜਰਾਤ ਦੀ ਸਰਕਾਰ ਦੀ ਇੰਨੀ ਕੁ ਵਧੀਆ ਪਕੜ ਹੈ ਕਿ ਉਹਨੇ ਆਪਣੇ ਬੱਚਿਆਂ ਨੂੰ, ਆਪਣੇ ਨੌਜਵਾਨਾਂ ਨੂੰ ਉੱਥੋਂ ਬਚਾ ਰੱਖਿਆ ਕਿ ਉੱਥੋਂ ਸਪਲਾਈ ਹੋ ਕੇ ਸਿੱਧਾ ਪੰਜਾਬ ਦੇ ਅੰਦਰ ਐਂਟਰ ਹੋ ਰਹੀ ਹੈ? ਕਿ ਇੱਥੇ ਉਹ ਸਰਕਾਰ ਦੀ, ਇੱਥੇ ਹੁਣ ਫਿਰ ਮੈਂ ਸਰਕਾਰ ਦੀ ਨਲਾਇਕੀ ਕਵਾਂ, ਚਾਹੇ ਉਹ ਪਿਛਲੀਆਂ ਸੀ ਚਾਹੇ ਹੋਣ ਵਾਲੀਆਂ ਨੇ, ਕਿ ਇੱਥੇ ਸਿਸਟਮ ਹੀ ਇੰਨਾ ਵੱਡਾ ਫੇਲੀਅਰ ਹੈਗਾ ਕਿ ਗੁਜਰਾਤ ਨੇ ਆਪਦਾ ਸੂਬਾ ਤਾਂ ਬਚਾ ਲਿਆ ਤੇ ਸਾਡੇ ਸੂਬੇ ਵਾਲੇ ਪਾਸੇ ਸਰਕਾਰਾਂ ਉਸ ਤਰੀਕੇ ਨਾਲ ਕੰਮ ਨਹੀਂ ਕਰ ਸਕੀਆਂ? ਜੀ ਕੱਲਾ ਗੁਜਰਾਤ ਹੀ ਨਹੀਂ, ਤੁਸੀਂ ਸਿਰਫ ਆਪਣੇ ਨਾਲ ਦਾ ਸੂਬਾ ਹਰਿਆਣੇ ਨੂੰ ਉਧਰ ਨਿਗਾਹ ਮਾਰ ਲਓ ਤੇ ਹਰਿਆਣੇ ਵਿੱਚ ਵੀ ਇੰਨਾ ਜ਼ਿਆਦਾ ਨਹੀਂ ਹੈਗਾ ਜਿੰਨਾ ਸਾਡੇ ਪੰਜਾਬ ਦੇ ਵਿੱਚ ਹੈ। ਕਾਰਨ ਕੀ ਹੈ ਕਿ ਪੰਜਾਬ ਨੂੰ ਖਤਮ ਕਰਨ ਦੇ ਲਈ ਬਹੁਤ ਵੱਡੀਆਂ ਤਾਕਤਾਂ ਲੱਗੀਆਂ ਹੋਈਆਂ ਨੇ। ਅੱਧੇ ਤਾਂ ਅਸੀਂ ਆਪ ਹੀ ਖਤਮ ਕਰ ਰਹੇ ਹਾਂ, ਆਪਣੇ ਪੈਰੀਂ ਘੋੜਾ ਆਪ ਹੀ ਮਾਰ ਲਿਆ ਅਸੀਂ ਜਦੋਂ ਅਸੀਂ ਪੰਜਾਬ ਨੂੰ ਰੜਾ ਛੱਡ ਕੇ ਇੱਥੋਂ ਭੱਜਣ ਲੱਗ ਗਏ ਹਾਂ, ਵਿਦੇਸ਼ਾਂ 'ਚ ਨੂੰ ਚਲੇ ਗਏ ਹਾਂ, ਇਨਸਿਕਿਉਰਿਟੀ ਅਸੀਂ ਫੀਲ ਕਰ ਰਹੇ ਹਾਂ। ਇੱਥੋਂ ਦੀਆਂ ਸਰਕਾਰਾਂ ਜਿਹੜੀਆਂ ਨੇ ਉਹ ਖੁਦ ਹੀ ਆਪਣੇ ਆਪ ਦੇ ਵਿੱਚ ਇਸ ਪਾਸੇ ਨੂੰ ਧਿਆਨ ਦੇਣ ਦੇ ਵਿੱਚ ਅਸਮਰੱਥ ਰਹੀਆਂ ਨੇ, ਜਿਹਦੇ ਕਰਕੇ ਸਾਡੀ ਜਿਹੜੀ ਇੱਥੋਂ ਦਾ ਯੂਥ ਆ ਉਹ ਸਫਰ ਕਰ ਗਿਆ। ਔਰ ਅੱਜ ਪੇਰੈਂਟਸ ਡਰਦੇ ਨੇ, ਪੇਰੈਂਟਸ ਇੱਕ ਇਨਸਿਕਿਉਰਿਟੀ ਫੀਲ ਕਰ ਰਹੇ ਨੇ। ਉਹ ਸੋਚਦੇ ਨੇ ਕਿ ਸਾਡਾ ਬੱਚਾ ਜਿਹੜਾ ਗਲਤ ਸੰਗਤ 'ਚ ਨਾ ਪੈ ਜਾਵੇ, ਨਸ਼ਿਆਂ 'ਚ ਨਾ ਪੈ ਜਾਵੇ, ਜਾਂ ਕੋਈ ਇੱਥੇ ਪਰਚੇ ਨਾ ਕਿਸੇ ਕਿਸਮ ਦੇ ਪੈ ਜਾਣ। ਸੋਸ਼ਲ ਇਨਸਿਕਿਉਰਿਟੀ ਜ਼ਿਆਦਾ ਇੱਕ ਫੈਕਟਰ ਬਣ ਗਿਆ ਪੰਜਾਬ ਦੇ ਵਿੱਚ, ਜਿਹਦੇ ਕਰਕੇ ਸਾਡੇ ਬੱਚਿਆਂ ਨੂੰ ਆਪਾਂ ਬਾਹਰ ਭੇਜਣ ਲੱਗ ਗਏ, ਜਾਂ ਸਾਡੇ ਬੱਚੇ ਹੀ ਇੱਥੋਂ ਮਤਲਬ ਕੰਮ ਕਰਕੇ ਰਾਜ਼ੀ ਨਹੀਂ ਹੈਗੇ। ਸੋ ਇੱਕ ਬਹੁਤ ਵੱਡੀ ਇੱਕ ਪਾਲਿਸੀ ਹੈ ਜਿਹਦੇ 'ਚ ਪੰਜਾਬ ਨੂੰ, ਵੈਸੇ ਤਾਂ ਪੰਜਾਬ ਨੂੰ ਹਰਾਇਆ ਨਹੀਂ ਜਾ ਸਕਦਾ ਸੀ ਕਿਸੇ ਵੀ ਤਰੀਕੇ ਦੇ ਨਾਲ, ਪਰ ਲੇਕਿਨ ਇਸ ਪਾਲਿਸੀ ਦੇ ਨਾਲ ਪੰਜਾਬ ਦੀ ਜਿਹੜੀ ਨੌਜਵਾਨੀ ਨੂੰ ਵੀਕ ਕਰਕੇ ਇਹਦਾ ਜਿਹੜਾ ਬੇਸ ਖੋਖਲਾ ਕੀਤਾ ਗਿਆ ਹੈਗਾ, ਔਰ ਉਸ ਖੋਖਲੇ ਬੇਸ ਦੇ ਉੱਪਰ ਨੈਚੁਰਲ ਹੋਰ ਤਾਕਤਾਂ ਨੇ ਰਾਜ ਕਰਨਾ। ਸੋ ਮੈਂ ਤਾਂ ਇਹ ਸਮਝਦਾ ਕਿ ਇਹ ਜ਼ਿੰਮੇਵਾਰੀ ਸਾਡੀ ਸਰਕਾਰਾਂ ਦੀ ਸੀ, ਚਾਹੇ ਉਹ ਕੈਪਟਨ ਸਾਹਿਬ ਸੀਗੇ, ਚਾਹੇ ਉਹ ਅੱਜ ਦੀ ਡੇਟ ਦੇ ਵਿੱਚ ਸਾਡੇ ਮੌਜੂਦਾ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ, ਚਾਹੇ ਉਹ ਪਹਿਲਾਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਸਨ। ਸੋ ਇਹਨਾਂ ਜਿਹੜੀਆਂ ਸਰਕਾਰਾਂ ਸੀਗੀਆਂ, ਇਹਨਾਂ ਸਰਕਾਰਾਂ ਦੀ ਜ਼ਿੰਮੇਵਾਰੀ ਬਣਦੀ ਸੀ ਇਹ, ਜਿਹਦੇ ਤੋਂ ਮੈਂ ਕਹਾਂਗਾ ਕਿ ਸਾਰੀਆਂ ਸਰਕਾਰਾਂ ਫੇਲ ਹੋ ਗਈਆਂ। ਇਹ ਲੋਕਾਂ ਦੇ ਵਿੱਚ ਮੀਡੀਆ ਦੇ ਥਰੂ ਇੱਕ ਵਾਅਦਾ ਲੈ ਕੇ ਆਈਆਂ ਸੀ, ਔਰ ਗੁਟਕਾ ਸਾਹਿਬ ਤੇ ਹੱਥ ਰੱਖ ਕੇ ਵੀ ਸੌਹਾਂ ਖਾਧੀਆਂ ਗਈਆਂ ਸੀ। ਔਰ ਈਵਨ ਅੱਜ ਵੀ ਜਿਹੜੀ ਮੌਜੂਦਾ ਸਰਕਾਰ ਆ ਉਹਨਾਂ ਵੀ ਇਹ ਗੱਲ ਕਹੀ ਸੀ ਕਿ ਅਸੀਂ ਜਿਹੜੀ ਬੇਅਦਬੀ ਔਰ ਨਸ਼ਾ, ਇਹ ਦੋ ਸਾਡੇ ਮੁੱਦੇ ਨੇ ਜਿਨ੍ਹਾਂ ਤੇ ਅਸੀਂ ਸਰਕਾਰ ਲੈ ਕੇ ਆਵਾਂਗੇ, ਔਰ ਸਰਕਾਰ ਲੋਕਾਂ ਨੇ ਉਸ ਚੀਜ਼ ਨੂੰ ਫਤਵਾ ਵੀ ਦਿੱਤਾ ਹੈਗਾ। ਸੋ ਅੱਜ ਮੈਂ ਮਹਿਸੂਸ ਕਰਦਾ ਕਿ ਇਹ ਸਰਕਾਰਾਂ ਦੀ ਜਿਹੜੀ ਨੈਤਿਕ ਜ਼ਿੰਮੇਵਾਰੀ ਆ ਉਹਦੇ ਤੋਂ ਸਾਡੀਆਂ ਸਰਕਾਰਾਂ ਫੇਲ ਹੋਈਆਂ ਨੇ, ਜਿਹਦੇ ਕਾਰਨ ਅਸੀਂ ਮਤਲਬ ਇਸ ਚੀਜ਼ ਦਾ ਖਮਿਆਜਾ ਭੁਗਤ ਰਹੇ ਹਾਂ। ਡਾਕਟਰ ਸਾਹਿਬ, ਉਧਰ ਪੰਚਾਇਤਾਂ ਨੂੰ ਭੰਗ ਕਰਕੇ ਜਿਸ ਤਰੀਕੇ ਨਾਲ ਸਰਕਾਰ ਨੇ ਪੰਚਾਇਤਾਂ ਭੰਗ ਕਰ ਦਿੱਤੀਆਂ, ਪਰ ਅੱਜ ਜਿਸ ਤਰੀਕੇ ਨਾਲ ਫਟਕਾਰ ਲਾਈ ਹੈ, ਕਿ ਇਹ ਨਹੀਂ ਲੱਗਦਾ ਕਿ ਇਹ ਸਰਕਾਰ ਵੀ ਸ਼ਾਇਦ ਫੈਸਲੇ ਬੜੀ ਜਲਦਬਾਜ਼ੀ 'ਚ ਲੈ ਰਹੀ ਹੈ ਤੇ ਫਿਰ ਬਾਅਦ ਦੇ ਵਿੱਚ ਯੂ ਟਰਨ ਆਉਣਾ? ਇੱਥੇ ਤੁਹਾਨੂੰ ਨਹੀਂ ਲੱਗਦਾ ਕਿ ਸਰਕਾਰ ਦੀ ਕਿਤੇ ਨਾ ਕਿਤੇ ਕਿਰਕਰੀ ਹੋ ਜਾਂਦੀ ਹੈ? ਸਰ, ਮੈਂ ਮਹਿਸੂਸ ਕਰਦਾ ਕਿ ਜਾਂ ਤਾਂ ਸਰਕਾਰ ਦੇ ਵਿੱਚ ਜਿਹੜੇ ਐਡਵਾਈਜ਼ਰ ਨੇ ਉਹ ਨਲਾਇਕ ਨੇ ਬਿਲਕੁਲ, ਜਾਂ ਉਹ ਪਲਾਂਟਡ ਮੋਲਸ ਨੇ, ਕਾਲੀਆਂ ਭੇਡਾਂ ਨੇ ਜਿਹੜੀਆਂ ਸਾਡੇ ਮੁੱਖ ਮੰਤਰੀ ਸਾਹਿਬ ਦੀ ਇਮਾਨਦਾਰੀ ਨੂੰ ਲਬੇੜ ਕੇ ਉਹਨਾਂ ਦੀ ਵਰਕਿੰਗ ਨੂੰ ਟਾਰਨਿਸ਼ ਕਰਨਾ ਚਾਹੁੰਦੀਆਂ ਨੇ। ਮੈਂ ਤੁਹਾਡੇ ਮਾਧਿਅਮ ਤੋਂ, ਤੁਹਾਡੇ ਚੈਨਲ ਤੋਂ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਸੁਨੇਹਾ ਦੇਣਾ ਚਾਹੁੰਦਾ ਕਿ ਕਮ ਸੇ ਕਮ ਤੁਹਾਡੇ ਕੋਲ ਏਡੇ ਵੱਡੇ ਵੱਡੇ ਦਿਮਾਗ ਨੇ ਜਿਹੜੇ ਇਹ ਕਹਿ ਲਓ AG ਆਫਿਸ ਦੇ ਵਿੱਚ ਬੈਠੇ ਨੇ, ਜਿਨ੍ਹਾਂ ਨੂੰ ਤੁਸੀਂ ਸਰਕਾਰੀ ਵਕੀਲ ਕਹਿੰਦੇ ਹੋ, ਔਰ ਉਹ ਦਿਮਾਗ ਤੁਹਾਨੂੰ ਅਗਰ ਕਨਸਟੀਟਿਊਸ਼ਨ ਬਾਰੇ ਜਾਣਕਾਰੀ ਸਹੀ ਨਹੀਂ ਦੇ ਪਾਉਂਦੇ ਤਾਂ ਮੈਂ ਸਮਝਦਾ ਹਾਂ ਕਿ ਉਹ ਲੋਕ ਜਿਹੜੇ ਨੇ ਤੁਹਾਡੇ ਵੈਲਵਿਸ਼ਰ ਨਹੀਂ ਹਨ, ਉਹ ਤੁਹਾਨੂੰ ਬਦਨਾਮ ਕਰਕੇ ਤੁਹਾਨੂੰ ਕਮਜ਼ੋਰ ਕਰਨ ਦੀ ਨੀਤੀ ਨਾਲ ਤੁਰੇ ਹੋਏ ਨੇ। ਹੁਣ ਟੈਨਿਓਰ ਜਿਹੜੀ ਸੀ ਇਹਨਾਂ ਦੀ ਪੰਚਾਇਤਾਂ ਦੀ, ਉਹ 2019 ਤੋਂ ਲੈ ਕੇ 2024 ਤੱਕ ਸੀ, ਔਰ 2019 ਦੀ ਜਨਵਰੀ ਦੇ ਵਿੱਚ ਜਿਹੜੀਆਂ ਪੰਚਾਇਤਾਂ ਨੇ ਉਹਨਾਂ ਦੀ ਜਿਹੜੀ ਐਜ਼ ਪਰ ਰੂਲ ਫਸਟ ਮੀਟਿੰਗ ਜਿਹੜੀ ਹੁੰਦੀ ਹੈ, ਉਹ ਮੀਟਿੰਗ ਤੋਂ ਉਹਦੀ ਟੈਨਿਓਰ ਗਿਣੀ ਜਾਂਦੀ ਹੈ। ਔਰ ਫਸਟ ਮੀਟਿੰਗ ਤੇ ਇਹ ਜਿਹੜਾ ਹੈਗਾ ਆਪਣੇ ਕਹਿ ਲਓ ਵੀ ਚਾਰਜ ਲਿਆ ਉਹਨਾਂ ਨੇ, ਜਿਹੜੀ ਹੈਗੀ ਸੀਗੀ ਆਲਰੇਡੀ ਜਿਹੜੀਆਂ ਪੰਚਾਇਤਾਂ ਨੇ ਉਹਨਾਂ ਨੇ ਫਸਟ ਮੀਟਿੰਗ ਕੀਤੀ ਹੈ ਔਰ ਉਹਦੇ ਤੇ ਉਹਨਾਂ ਨੇ ਚਾਰਜ ਲਿਆ, ਔਰ 5 ਸਾਲ ਦੀ ਉਹਨਾਂ ਦੀ ਟਰਮ ਸੀ ਫਰੋਮ ਦੀ ਫਸਟ ਮੀਟਿੰਗ, ਦੈਟ ਵਾਜ਼ ਜਨਵਰੀ ਕਹਿ ਲਓ 2019, ਇਹ ਜਨਵਰੀ 2024 ਤੱਕ ਟਰਮ ਸੀ। ਹੁਣ ਇੱਕ ਇਹਦੇ 'ਚ ਮੱਧ ਹੈਗੀ ਆ ਤੇ ਸੈਕਸ਼ਨ, ਇਹ ਜਿਹੜੀ ਮੈਂ ਗੱਲ ਦੱਸੀ ਹੈ ਹੈਗੀ ਸੈਕਸ਼ਨ 15 ਆਫ ਦੀ ਪੰਜਾਬ ਪੰਚਾਇਤੀ ਰਾਜ ਐਕਟ 1994, ਜਿਹਦੇ 'ਚ 5 ਸਾਲ ਦੀ ਟਰਮ ਫਿਕਸ ਹੈ। ਪਰ ਲੇਕਿਨ ਜੇਕਰ ਪਬਲਿਕ ਇੰਟਰਸਟ ਦੇ ਵਿੱਚ ਕਦੇ ਕੋਈ ਇਹੋ ਜਿਹੇ ਹਾਲਾਤ ਪੈਦਾ ਹੋ ਜਾਣ ਸੂਬੇ ਦੇ ਵਿੱਚ ਕਿ 6 ਮਹੀਨੇ ਰਹਿੰਦੇ ਤੇ
ਇਹਨਾਂ ਪੰਚਾਇਤਾਂ ਨੂੰ ਭੰਗ ਕਰਨ ਦੀ ਲੋੜ ਪਵੇ ਤਾਂ ਭੰਗ ਕੀਤਾ ਜਾ ਸਕਦਾ, ਇਹਦੇ 'ਚ ਕੋਈ ਦੋ ਰਾਏ ਨਹੀਂ ਹੈ। ਪਰ ਉਹੋ ਜਿਹੇ ਹਾਲਾਤ ਕਦੋਂ ਪੈਦਾ ਹੋਣਗੇ? ਅੱਜ ਦੀ ਡੇਟ ਦੇ ਵਿੱਚ ਤਾਂ ਐਸੇ ਕੋਈ ਹਾਲਾਤ ਨਹੀਂ ਸੀ। ਅੱਜ ਅਗਰ ਤੁਸੀਂ ਪੰਚਾਇਤਾਂ ਭੰਗ ਕਰਦੇ ਹੋ, ਪੰਚਾਇਤਾਂ ਜਿਹੜੇ ਨੇ ਤਾਂ ਜਿਹੜਾ ਸਮੋਲੈਸਟ ਯੂਨਿਟ ਆਫ ਡੈਮੋਕ੍ਰੇਸੀ ਹੈ, ਔਰ ਇਸ ਯੂਨਿਟ ਦੇ ਉੱਪਰ ਹੀ ਸਾਰੀ ਡੈਮੋਕ੍ਰੇਸੀ ਖੜੀ ਹੈ। ਤੁਸੀਂ ਉਹਨਾਂ ਨੂੰ ਬਿਨਾਂ ਕਿਸੇ ਕਾਰਨ ਤੋਂ, ਜਾਂ ਤਾਂ ਉਹਨਾਂ ਨੂੰ ਕੋਈ ਪਬਲਿਕ ਨੋਟਿਸ ਤੁਸੀਂ ਐਸਾ ਇਸ਼ੂ ਕਰੋ, ਅਦਾਲਤ ਨੇ ਵੀ ਇਸ ਚੀਜ਼ ਤੇ ਫਟਕਾਰ ਲਾਈ ਹੈ, ਕੋਈ ਐਸਾ ਤੁਸੀਂ ਪਬਲਿਕ ਏਜੰਡਾ ਲਿਆਓ, ਦੱਸੋ ਕਿ ਪੰਚਾਇਤਾਂ ਨੇ ਆਹ ਕੰਮ ਕਰਤਾ ਜੀ, ਜਿਹਦੇ ਕਰਕੇ ਸਾਨੂੰ ਲੋੜ ਪੈ ਰਹੀ ਹੈ ਕਿ ਪੰਚਾਇਤਾਂ ਭੰਗ ਕਰ ਦਈਏ। ਸਰਕਾਰ ਤਾਂ ਤੁਹਾਡੀ ਐਨਫੋਰਸਮੈਂਟ ਤੇ ਫੇਲ ਹੋਈ ਹੈ, ਪੁਲਿਸ ਮਹਿਕਮੇ ਤੇ ਫੇਲ ਹੋਈ ਹੈ, ਤੁਸੀਂ ਡਰੱਗਸ ਦੇ ਇਸ਼ੂ ਤੇ ਫੇਲ ਹੋਏ ਹੋ, ਤੁਸੀਂ ਇੰਪਲੋਇਮੈਂਟ ਦੇ ਇਸ਼ੂ ਤੇ ਫੇਲ ਹੋਏ ਹੋ, ਤੁਸੀਂ ਹੈਲਥ ਸਿਸਟਮ ਤੇ ਫੇਲ ਹੋਏ ਹੋ, ਤੁਸੀਂ ਫਾਈਨੈਂਸਸ ਤੇ ਫੇਲ ਹੋਏ ਹੋ। ਤੁਸੀਂ ਪੰਚਾਇਤਾਂ ਤੇ ਆਪਣੀ ਗਾਜ ਸਿੱਟ ਕੇ ਇੱਕ ਮਤਲਬ ਕਿ ਮਾਹੌਲ ਨੂੰ ਐਨਕੈਸ਼ ਕਰਨ ਦੀ ਗੱਲ ਕਰਦੇ ਹੋ, ਤਾਂ ਮੇਰੇ ਖਿਆਲ ਦੇ ਵਿੱਚ ਇਹ ਟੋਟਲੀ ਰੋਂਗ ਹੈਗਾ। ਔਰ ਇਸੇ ਕਰਕੇ ਅੱਜ ਅਦਾਲਤ ਦੇ ਵਿੱਚ ਵੀ ਇਸ ਮਾਮਲੇ ਨੂੰ ਬੜੇ ਜ਼ੋਰ ਦੇ ਨਾਲ ਅਦਾਲਤ ਨੇ ਇਹਨੂੰ ਸੀਰੀਅਸਲੀ ਲਿਆ, ਔਰ ਇਹਦੀ ਨੈਕਸਟ ਡੇਟ ਆਫ ਹੀਅਰਿੰਗ ਮੇਰਾ ਖਿਆਲ 31 ਅਗਸਤ ਹੈ, ਜੋ ਮੇਰੇ ਕੋਲ ਸੂਚਨਾ ਹੈਗੀ ਹੈ। ਸੋ ਇਹ ਜਿਹੜੀ ਗੱਲ ਹੈਗੀ ਆ, ਤੇ ਇਹਦੇ ਤੇ ਮਤਲਬ ਕਿ ਗਵਰਨਮੈਂਟ ਚਾਹੁੰਦੀ ਹੈ ਕਿ 31 ਦਸੰਬਰ ਤੋਂ ਪਹਿਲਾਂ ਅਸੀਂ ਚੋਣਾਂ ਕਰਾ ਦਈਏ। ਨੋ ਡਾਊਟ ਕਰਾ ਸਕਦੀ ਹੈ ਸਰਕਾਰ, ਪਰ ਲੇਕਿਨ ਸੀਰੀਅਸਨੈਸ ਤਾਂ ਇਸ ਗੱਲ ਦੀ ਹੈ ਕਿ ਤੁਸੀਂ ਜਦੋਂ ਤੁਹਾਡੇ ਕੋਲ ਪਬਲਿਕ ਇੰਟਰਸਟ ਦੇ ਵਿੱਚ ਕੋਈ ਮੁੱਦਾ ਹੀ ਨਹੀਂ ਸੀਗਾ, ਫਿਰ ਤੁਸੀਂ ਪੰਚਾਇਤਾਂ ਕਿਵੇਂ ਭੰਗ ਕਰ ਦਿੱਤੀਆਂ? ਇਹ ਕਰਨੀਆਂ ਨਹੀਂ ਸੀ ਚਾਹੀਦੀਆਂ। ਨਹੀਂ, ਕਿਤੇ ਨਾ ਕਿਤੇ 2024 ਵਾਲਾ ਹਿਸਾਬ ਕਿਤਾਬ ਤਾਂ ਨਹੀਂ ਦੇਖਿਆ ਜਾ ਰਿਹਾ ਕਿ 2024 ਲਈ ਗਰਾਊਂਡ ਬਣਾ ਲਿੱਤਾ ਜਾਵੇ? ਸਰਪੰਚਾਂ ਤੇ ਜਿਹੜੀ ਪੰਚਾਇਤਾਂ ਹੁਣ ਭੰਗ ਕਰਾਂਗੇ ਤਾਂ ਫਿਰ ਸ਼ਾਇਦ ਸਾਡਾ ਕੈਡਰ ਬਣ ਜੇ ਉਸ ਤਰੀਕੇ ਨਾਲ। ਤੁਹਾਨੂੰ ਨਹੀਂ ਲੱਗਦਾ ਕਿ ਕਿਤੇ ਨਾ ਕਿਤੇ ਫਿਰ ਇੱਥੇ ਵੀ ਉਸ ਤਰੀਕੇ ਦੀ ਸਿਆਸਤ ਖੇਡੀ ਜਾ ਰਹੀ ਹੈ ਜੋ ਪਿਛਲੀਆਂ ਸਰਕਾਰਾਂ ਖੇਡਦੀਆਂ ਰਹੀਆਂ? ਦੇਖੋ, 24 ਮਈ ਤੋਂ ਪਹਿਲਾਂ ਚੋਣਾਂ ਨਹੀਂ ਹੁੰਦੀਆਂ, ਤੇ ਜੇ ਇਹਨਾਂ ਨੇ ਪੰਚਾਇਤੀ ਚੋਣਾਂ ਕਰਾਉਣੀਆਂ ਨੇ ਤਾਂ ਉਹ ਦਸੰਬਰ 'ਚ ਹੋ ਜਾਣਗੀਆਂ। ਪਰ ਲੇਕਿਨ ਇਹਨਾਂ ਨੂੰ ਭੰਗ ਕਰਕੇ ਇਹ ਇੱਕ ਮਤਲਬ ਕਿ ਬਿਨਾਂ ਗੱਲ ਤੋਂ ਵਿਰੋਧਤਾ ਪੈਦਾ ਕਰਨ ਵਾਲੀ ਗੱਲ ਹੈ, ਜਿੱਥੇ ਸਰਕਾਰ ਕਹਿ ਲਓ ਇੱਕ ਬੈਕਫੁੱਟ ਤੇ ਆਉਣ ਦੇ ਚਾਂਸਸ ਨੇ ਸਰਕਾਰ ਦੇ। ਤੇ ਦੂਸਰੀ ਗੱਲ ਮੈਂ ਇਹੀ ਕਹਾਂਗਾ ਕਿ ਮੈਂ ਪਹਿਲਾਂ ਵੀ ਕਹਿ ਕੇ ਹਟਿਆ ਕਿ ਸਰਕਾਰ ਕੋਲ ਜਿਹੜੇ ਸਲਾਹਕਾਰ ਨੇ ਇਹ ਜਾਂ ਤਾਂ ਪਲਾਂਟਡ ਨੇ ਜਾਂ ਫਿਰ ਇਹਨਾਂ ਨੂੰ ਸਮਝ ਹੀ ਹੈ ਨਹੀਂ ਇਸ ਗੱਲ ਦੀ। ਔਰ ਸਾਡੇ ਮੁੱਖ ਮੰਤਰੀ ਸਾਹਿਬ ਦਾ ਇਹ ਜਿਹੜਾ ਅਕਸ਼ ਹੈ ਸੂਬੇ ਦਾ, ਉਹ ਵਿਗਾੜਨ ਤੇ ਲੱਗੇ ਹੋਏ ਨੇ। ਮੇਰੀ ਕੋਈ ਇਸ ਸਰਕਾਰ ਦੇ ਨਾਲ ਨੇੜਤਾ ਨਹੀਂ ਹੈਗੀ, ਪਰ ਲੇਕਿਨ ਮੈਂ ਐਜ਼ ਏ ਨਿਊਟਰਲ ਮੈਨ ਇਹ ਗੱਲ ਕਹਾਂਗਾ ਕਿ ਜਿਸ ਤਰ੍ਹਾਂ ਪਹਿਲਾਂ ਵੀ ਇਹਨਾਂ ਨੇ SGPC ਦੇ ਐਕਟ ਦੇ ਵਿੱਚ ਵੀ ਸੰਸ਼ੋਧਨ ਕੀਤਾ, ਉਹ ਵੀ ਇਹਨਾਂ ਦੀ ਇੱਕ ਬਹੁਤ ਵੱਡੀ ਭੁੱਲ ਸੀ, ਜਿੱਥੇ ਇਹਨਾਂ ਨੂੰ ਅੱਜ ਤੱਕ ਕੋਈ ਮਤਲਬ ਉਹਦੇ ਤੇ ਪੋਜ਼ਿਟਿਵਨੈਸ ਨਹੀਂ ਨਜ਼ਰ ਆਈ। ਸੋ ਇਹੋ ਜਿਹੇ ਕੰਮ ਜਿਹੜੇ ਨੇ ਨਾ, ਇਹ ਸਾਡੇ ਐਡਵਾਈਜ਼ਰਸ ਦਾ ਕੰਮ ਬਣਦਾ, ਖਾਸ ਕਰਕੇ ਲੀਗਲ ਐਡਵਾਈਜ਼ਰਸ ਦੀ ਡਿਊਟੀ ਬਣਦੀ ਹੈ ਕਿ ਉਹ CM ਸਾਹਿਬ ਨੂੰ ਇਹਦੇ ਬਾਰੇ ਪ੍ਰੋਪਰ ਜਿਹੜਾ ਹੋਮਵਰਕ ਕਰਕੇ ਦੱਸਿਆ ਕਰਨ। ਔਰ ਹਾਫ ਕੁਕਡ ਕੇਕ ਜਿਹੜਾ ਉਹ ਹਮੇਸ਼ਾ ਖਰਾਬ ਹੀ ਹੁੰਦਾ। ਅੱਜ ਅਦਾਲਤ ਦੇ ਵਿੱਚੋਂ ਜੋ ਫਟਕਾਰ ਪਈ ਹੈ ਇਹਨਾਂ ਨੂੰ, ਉਹ ਤੁਹਾਡੇ ਸਾਹਮਣੇ ਆ। ਉਹਦੇ ਤੇ ਸਰਕਾਰ ਜਿਹੜੀ ਹੈ ਉਹ ਆਪਣੀ ਕਹਿ ਲਓ ਸਰਕਾਰ ਦੀ ਹੇਠੀ ਹੀ ਹੋਈ ਹੈ ਇਹਦੇ 'ਚ। ਤੁਹਾਨੂੰ ਨਹੀਂ ਲੱਗਦਾ ਬੈਠੇ ਬਿਠਾਏ ਇੱਕ ਮੁੱਦਾ ਦੇ ਦਿੰਦੀ ਹੈ ਸਰਕਾਰ? ਇਹ ਸਗੋਂ ਚੁਣਾਵ ਨੇੜੇ ਨੇ, ਹੜ੍ਹਾਂ ਦਾ ਟਾਈਮ ਹੈ। ਤੁਸੀਂ ਦੇਖੋ ਵੀ ਪਹਿਲਾਂ ਤਾਂ ਤਸਵੀਰਾਂ ਨੂੰ ਲੈ ਕੇ ਬੜਾ ਮੁੱਦਾ ਦਿੰਦੇ ਨੇ ਕਿ ਹਾਂ ਤੁਸੀਂ ਪਬਲਿਸਿਟੀ ਬਹੁਤ ਕਰਦੇ ਹੋ ਆਪਣੀ, ਉਹ ਉਸ ਤੇ ਵੀ ਚਰਚਾ ਹੋਈ ਹੈ ਜੀ। ਕੋਈ ਐਸਾ ਵਿਅਕਤੀ ਵੀ ਇਹਨਾਂ ਕੋਲ ਹੈ ਨਹੀਂ ਜਿਹੜਾ ਇਹਨਾਂ ਨੂੰ ਇਹ ਗਾਈਡ ਕਰ ਦੇਵੇ ਕਿ ਤੁਸੀਂ ਤਾਂ ਕਨਸਟੀਟਿਊਸ਼ਨਲ ਹੈਡ ਦੇ ਨਾਲ ਹੀ ਸਿੰਘ ਫਸਾਈ ਬੈਠੇ ਹੋ। ਪਹਿਲੀ ਗੱਲ ਤਾਂ ਤੁਹਾਨੂੰ ਇਸ ਬਾਰੇ ਵੀ ਸੋਚਣ ਦੀ ਲੋੜ ਹੈ। ਤੇ ਬਿਲਕੁਲ ਤੁਹਾਡੀ ਗੱਲ ਸਹੀ ਹੈ ਕਿ ਤੁਸੀਂ ਜਿਹੜਾ ਹੈਗਾ ਆਪ ਹੀ ਇਹੋ ਜਿਹੇ ਕੰਡੇ ਬੀਜ ਲੈਂਦੇ ਹੋ ਜਿਹੜੇ ਤੁਹਾਨੂੰ ਆਪ ਹੀ ਚੁਗਣੇ ਪੈਂਦੇ ਆ। ਇਹਨਾਂ ਨੂੰ ਇਹ ਪੰਗੇ ਲੈਣੇ ਹੀ ਨਹੀਂ ਚਾਹੀਦੇ। ਇਹਨਾਂ ਨੂੰ ਆਪਣੀ ਸਰਕਾਰ ਪ੍ਰੋਪਰਲੀ ਚਲਾਉਣੀ ਚਾਹੀਦੀ ਹੈ। ਇਹਨਾਂ ਨੂੰ ਰਿਸੋਰਸਸ ਪੈਦਾ ਕਰਨੇ ਚਾਹੀਦੇ ਆ ਜਿਹਦੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਕੋਲ ਫੰਡਸ ਹੋਣ ਸਰਕਾਰ ਕੋਲੇ। ਸੋ ਇਹ ਚੀਜ਼ਾਂ ਤੇ ਇਹਨਾਂ ਨੂੰ ਗੌਰ ਕਰਨ ਦੀ ਲੋੜ ਆ, ਨਾ ਕਿ ਫਾਲਤੂ ਦੀਆਂ ਜਿਹੜੀਆਂ ਡੈਮੋਕ੍ਰੈਟਿਕ ਬਾਡੀਜ਼ ਨੇ ਉਹਨਾਂ ਨੂੰ ਡਿਸੋਲਿਊਟ ਕਰਨਾ ਜਾਂ ਉਹਨਾਂ ਦੇ ਪਿੱਛੇ ਮਤਲਬ ਕਿ ਆਪਣੀ ਇੱਕ ਰਾਜਨੀਤੀ ਕਰਨੀ। ਇਹ ਜਿਹੜੀਆਂ ਬੜੀਆਂ ਕੋਝੀਆਂ ਜਿਹੀਆਂ ਹਰਕਤਾਂ ਨੇ ਔਰ ਹੋਛੀਆਂ ਜਿਹੀਆਂ ਹਰਕਤਾਂ ਮੈਂ ਕਹਾਂਗਾ ਇਹਨਾਂ। ਡਾਕਟਰ ਸਾਹਿਬ, ਕਿਵੇਂ ਰੇਟ ਕਰਦੇ ਹੋ ਹੁਣ ਤੱਕ ਜਿਸ ਤਰੀਕੇ ਨਾਲ ਵੀ ਸਰਕਾਰ ਹੜ੍ਹਾਂ ਨੂੰ ਲੈ ਕੇ ਵੀ ਕਿੰਨਾ ਕੁ ਨਜਿੱਠਣ ਨੂੰ ਕਾਮਯਾਬ ਹੋਈ ਹੈ? ਤੁਹਾਡੇ ਹਿਸਾਬ ਨਾਲ ਲੋਕਾਂ ਦੇ ਵਿੱਚ ਕਿੰਨਾ ਕੁ ਮਤਲਬ ਆਪਾਂ ਕਹੀਏ ਜੇ 10 ਦੇ ਵਿੱਚੋਂ ਤੁਸੀਂ ਨੰਬਰ ਦੇਣੇ ਹੋ, ਕਿੰਨੇ ਕੁ ਦੋਗੇ ਸਰਕਾਰ ਨੂੰ? ਦੇਖੋ, ਜੇ ਆਪਾਂ ਸਹੀ ਗੱਲ 'ਚ ਕਹੀਏ ਤਾਂ ਹਾਲੇ ਤੱਕ ਸਰਕਾਰ ਡਰਾਮੇ ਕਰ ਰਹੀ ਹੈ। ਅੱਜ ਤੱਕ ਕੋਈ ਵੀ ਮਤਲਬ ਕਿ ਜਿਹੜੇ ਹੜ੍ਹ ਪੀੜਤ ਨੇ ਜਾਂ ਸਾਡੇ ਕਿਸਾਨਾਂ ਦੀਆਂ ਫਸਲਾਂ ਜਿਹੜੀਆਂ ਡੈਮੇਜ ਹੋਈਆਂ ਨੇ ਉਹਦੇ ਤੇ ਕਿਸੇ ਨੂੰ ਕੀ ਮਿਲਿਆ ਹੈਗਾ? ਲੋਕ ਪ੍ਰੋਟੈਸਟ ਕਿਉਂ ਕਰ ਰਹੇ ਨੇ ਸਾਨੂੰ ਆਪ ਹੀ ਪਤਾ ਲੱਗ ਜਾਂਦਾ। ਜਦੋਂ ਲੋਕ ਪ੍ਰੋਟੈਸਟ ਕਰ ਰਹੇ ਨੇ ਮੀਨਸ ਕੋਈ ਤਕਲੀਫ ਹੈ। ਜੇ ਕਿਸੇ ਨੂੰ ਕੋਈ ਤਕਲੀਫ ਹੋ ਤਾਂ ਹੀ ਚੀਕ ਮਾਰੂਗਾ, ਬਿਨਾਂ ਮਤਲਬ ਤੋਂ ਤਾਂ ਚੀਕਾਂ ਨਹੀਂ ਪੈ ਰਹੀਆਂ ਹੈਗੀਆਂ। ਸੋ ਇਹ ਚੀਜ਼ਾਂ ਜਿਹੜੀਆਂ ਨੇ ਨਾ, ਇਹ ਵਾਕਈ ਗੌਰਮੈਂਟ ਨੂੰ ਇਸ ਪਾਸੇ ਨੂੰ ਧਿਆਨ ਦੇਣ ਦੀ ਲੋੜ ਹੈ, ਨਾ ਕਿ ਤੁਸੀਂ ਜਿਹੜਾ ਹੈਗਾ ਆਪਣੀ ਚੀਪ ਪੋਪੂਲੈਰਿਟੀ ਦੀ ਖਾਤਰ ਪੰਜਾਬ ਦੇ ਜਿਵੇਂ ਹੁਣ ਗਵਰਨਰ ਸਾਹਿਬ ਦੇ ਨਾਲ ਹੀ ਪੇਚਾ ਫਸਾਈ ਬੈਠੇ ਨੇ ਤਾਂ ਤੁਹਾਡੇ ਸਾਹਮਣੇ ਆ। ਸੋ ਇਹ ਚੀਜ਼ਾਂ ਜਿਹੜੀਆਂ ਨੇ ਬਹੁਤ ਅਹਿਮੀਅਤ ਰੱਖਦੀਆਂ ਨੇ। ਆਉਣ ਵਾਲੇ ਸਮੇਂ ਦੇ ਪੰਜਾਬ ਜਿਹੜਾ ਹੈ ਬਹੁਤ ਮਾੜੇ ਹਾਲਾਤਾਂ ਵੱਲ ਨੂੰ ਵੱਧਦਾ ਜਾ ਰਿਹਾ ਹੈਗਾ।
ਬਿਲਕੁਲ ਡਾਕਟਰ ਸਾਹਿਬ ਤੁਸੀਂ ਮੇਰੇ ਨਾਲ ਜੁੜੇ ਤੇ ਆਪਦਾ ਕੀਮਤੀ ਸਮਾਂ ਦਿੱਤਾ ਤੇ ਆਪਦੀ ਬੇਬਾਕ ਰਾਏ ਰੱਖੀ। ਬਹੁਤ ਬਹੁਤ ਧੰਨਵਾਦ ਮੇਰੇ ਨਾਲ ਜੁੜਨ ਦੇ ਲਈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤੇ ਸੀ ਡਾਕਟਰ ਪਰਮਜੀਤ ਸਿੰਘ ਰਾਣੋ। ਖੈਰ ਹੁਣ ਦੇਖਣਾ ਹੋਏਗਾ 31 ਅਗਸਤ ਨੂੰ ਕੋਰਟ ਕੀ ਫੈਸਲਾ ਲੈਂਦੀ ਹੈ, ਕਿਉਂਕਿ ਜਿਹੜੀਆਂ ਪੰਚਾਇਤਾਂ ਭੰਗ ਕੀਤੀਆਂ ਇਸ ਨੂੰ ਲੈ ਕੇ ਹੁਣ 31 ਅਗਸਤ ਨੂੰ ਸੁਣਵਾਈ ਹੈ। ਤੇ ਖੈਰ ਇਹ ਸੀ ਅੱਜ ਦਾ ਨਜ਼ਰੀਆ। ਕੱਲ ਫਿਰ ਮਿਲਾਂਗੇ ਕਿਸੇ ਹੋਰ ਖਬਰ ਤੇ ਨਜ਼ਰ ਲੈ ਕੇ ਨਜ਼ਰੀਆ ਪਿੰਡ ਦਾ ਵਿੱਚ। ਤਦ ਤੱਕ ਦੋ ਮੈਨੂੰ ਇਜਾਜ਼ਤ। ਸਤਿ ਸ਼੍ਰੀ ਅਕਾਲ।